सिद्ध सभा कर आसन बैठे, संत सभा जयकारो। तिस आगे रह रास हमारी, साचा अपरे अपारो। ये पिछों लैके लगना। गुरमुख साध शब्द विचारै कोय, गुरमुख सच बाणी प्रगट होए। गुरमुख साच शब्द विचारै कोय, ये लाथी आना पिछों। गुरमुख सच बाणी प्रगट होए। गुरमुख मन भीजै बिरला पूजै कोय। गुरमुख निज घर वासा होए। गुरमुख जोगी जुगत पछाणै। गुरमुख नानक एको जाणै। गुरमुख जोगी जुगत पछाणै। गुरमुख नानक एको जाणै। वाहिगुरु जी का खालसा, वाहिगुरु जी की फतेह। पतित पावन भगत वत्सल दीन दयाल मेहरबान अंतरजामी, 10 पातशाहियां दी जोत, धन श्री गुरु ग्रंथ साहिब जी महाराज, सतगुरां दी अपर अपार किरपा रहमत दा सदका जगत गुरु जाहर पीर जगत गुर बाबा धन धन श्री गुरु नानक देव साहिब जी महाराज, सतगुरां दे पावन चरनां दी छोह नाल पावन होई धरती, पवित्र होई धरती सुल्तानपुर लोधी, गुरु साहिब जी का पावन दरबार गुरुद्वारा श्री बेर साहिब जी विखे ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰ ਘਰ ਦੀ ਮਰਿਆਦਾ ਅਨੁਸਾਰ 5 ਬਾਣੀਆਂ ਦਾ ਨਿਤਨੇਮ ਹੋਇਆ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਸ੍ਰੀ ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ। महाराज साहब जी ने अपने अमृतमयी दर्शन बख्शिश कीते। आसा की वार दा संपूर्ण कीर्तन सतगुरां दी पावन हजूरी अंदर होया है। पार ब्रह्म होआ सहाई, कथा कीर्तन सुखदाई। पार ब्रह्म परमेश्वर ने संसार दे भले वास्ते निर्गुण तो सरगुण हो करके धन श्री गुरु नानक देव साहब रूप धारण करके कलयुग उधारिया गुरुदेव। मलमूत मूढ़ जे मुग्ध होते सब लगे तेरी सेव। अब कलु आयो रे एक नाम बोवह बोवह। महाराज साहब जी ने संसार दी कल्याण हित सत संगत कायम कीती। कथा कीर्तन दा, नाम बाणी दा, सेवा सिमरन दा प्रवाह चलाया।
ਲੜੀਵਾਰ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਚੱਲ ਰਹੀ ਹੈ ਰਾਮਕਲੀ ਰਾਗ ਦੇ ਅੰਦਰ। ਜੋ ਸਿੱਧਾਂ ਦੇ ਨਾਲ ਜਗਤ ਗੁਰੂ ਜੀ ਦੀ ਗੋਸ਼ਟ ਹੋਈ ਹੈ, ਸਿੱਧਾਂ ਦੇ ਸਵਾਲ, ਗੁਰੂ ਜੀ ਦੇ ਜਵਾਬ, ਸਿੱਧਾਂ ਦੇ ਪ੍ਰਸ਼ਨਾਂ ਦੇ ਜੋ ਉੱਤਰ ਦਿੱਤੇ ਮਹਾਰਾਜ ਸਾਹਿਬ ਜੀ ਨੇ। ਭਾਵੇਂ ਇਹ ਸਿੱਧਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਸਿੱਧਾਂ ਦੇ ਪਰਥਾਏ, ਪਰ ਇਹ ਉਪਦੇਸ਼, ਇਹ ਬਾਣੀ ਸਭ ਸੰਸਾਰ ਦੇ ਵਾਸਤੇ ਕਲਿਆਣਕਾਰੀ ਹੈ। ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਜੀ ਪਹਿਲੇ ਪਾਤਸ਼ਾਹ ਜਿਵੇਂ ਬਖਸ਼ਿਸ਼ ਕਰਦੇ ਹਨ। 68 ਪੌੜੀਆਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। 69ਵੀਂ ਪੌੜੀ ਦੀ ਆਰੰਭਤਾ ਹੋ ਰਹੀ ਹੈ, ਜਿਸ ਦਾ ਅਸੀਂ ਪਾਠ ਸਰਵਣ ਕੀਤਾ ਹੈ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਸਾਚ ਸਬਦ ਵਿਚਾਰੈ ਹੋਏ। ਮਹਾਰਾਜ ਸਾਹਿਬ ਜੀ ਸਿੱਧਾਂ ਨੂੰ ਦੱਸਦੇ ਆ ਵੀ ਸਿੱਧੋ, ਗੁਰਮੁਖ ਕੋਈ ਕੋਈ ਹੈ ਵਿਰਲਾ। ਜਗ ਮਹਿ ਉਤਮ ਕਾਢਿਆ ਹੈ, ਵਿਰਲੇ ਕੇਈ ਕੇ। ਵਿਰਲੇ ਆ ਕੋਈ ਕੋਈ, ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਕਿੰਨੇ ਕੁ ਵਿਰਲੇ? ਸੈਂਕੜਿਆਂ ਦੀ ਗਿਣਤੀ ਵਿੱਚੋਂ, ਹਜ਼ਾਰਾਂ ਦੀ ਗਿਣਤੀ ਵਿੱਚੋਂ, ਕਿ ਲੱਖਾਂ ਦੀ ਗਿਣਤੀ ਵਿੱਚੋਂ ਕੋਈ ਵਿਰਲੇ। ਗਰੀਬ ਨਵਾਜ਼ ਸਾਹਿਬ ਕਹਿੰਦੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਹਜ਼ਾਰਾਂ ਲੱਖਾਂ ਵਿੱਚੋਂ ਨਹੀਂ ਭਾਈ, ਕਰੋੜਾਂ ਦੇ ਵਿੱਚੋਂ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਜਿਸ ਦੇ ਚਿੱਤ ਵਿੱਚ ਨਾਰਾਇਣ ਵਸਿਆ। ਗੁਰਮੁਖ ਉਹ ਗੁਰਮੁਖ ਹੈ ਜੋ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਗੁਰੂਮੁਖ ਦਾ ਉਚਾਰਨ ਕੀਤਾ ਹੋਇਆ ਉਪਦੇਸ਼ ਸਰਵਣ ਕਰਕੇ, ਮੰਨਣ ਕਰਕੇ ਉਸ ਦਾ ਨਿਧਿਆਸਨ ਕਰਦਾ ਹੈ, ਕਮਾਈ ਕਰਦਾ ਹੈ। ਗੁਰਮੁਖ ਉਹ ਹੈ ਸਾਚ ਸ਼ਬਦ ਵਿਚਾਰੈ ਕੋਇ, ਜੋ ਸੱਚੇ ਸ਼ਬਦ ਦੀ ਵਿਚਾਰ ਕਰਦਾ ਹੈ। गुरु का जो सच्चा शब्द है, सच्चे शब्द की जो विचार करता है, कोई कहिए कोई, जेड़ा कोई भाई सच्चे शब्द की विचार करता है, गुरु के सच्चे उपदेश नूं विचार के अपने हिरदे वसाउंदा है, वो कोई कोई गुरमुख है। वो कोई विरले गुरमुख हैं जो गुरु के सच्चे उपदेश की विचार करते हैं, ਜਿਹੜੇ ਗੁਰੂ ਕੇ ਸੱਚੇ ਉਪਦੇਸ਼ ਦੇ ਨਾਲ ਜੁੜਦੇ ਆ, ਸੱਚੇ ਉਪਦੇਸ਼ ਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਵਸਾਉਂਦੇ ਆ, ਉਹ ਗੁਰਮੁਖ ਹਨ। ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਸਿੱਧੋ ਗੁਰਮੁਖ ਉਹ ਹੈ ਜੋ ਸੱਚੀ ਬਾਣੀ ਪੜ੍ਹਦਾ ਹੈ, ਸੱਚੀ ਬਾਣੀ ਸੁਣਦਾ ਹੈ, ਸੱਚੀ ਬਾਣੀ ਮੰਨਦਾ ਹੈ। ਕਿਉਂਕਿ ਬਾਣੀਆਂ ਕਈ ਆ ਸੰਸਾਰ ਦੇ ਵਿੱਚ, ਸੱਚੀ ਬਾਣੀ ਵੀ ਹੈ ਤੇ ਸੰਸਾਰ ਦੇ ਵਿੱਚ ਬਾਣੀਆਂ ਕੱਚੀਆਂ ਵੀ ਹਨ। ਇਸ ਕਰਕੇ ਗੁਰੂ ਸਾਹਿਬ ਜੀ ਨੂੰ ਕਹਿਣਾ ਪਿਆ, ਜਿੱਥੇ ਤੀਜੇ ਸਰੂਪ ਵਿੱਚ ਇਹ ਬਚਨ ਕਹਿਣਾ ਵੀ ਗੁਰੂ ਕੇ ਪਿਆਰਿਓ ਸਿੱਖੋ ਆਓ, ਸਤਿਗੁਰਾਂ ਦੀ ਬਾਣੀ ਗਾਓ, ਗੁਰਬਾਣੀ ਪੜ੍ਹੋ, ਗੁਰਬਾਣੀ ਦਾ ਕੀਰਤਨ ਕਰੋ, ਗੁਰਬਾਣੀ ਦੀ ਕਥਾ ਕਰੋ। ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ। ਜਿੱਥੇ ਆਖਿਆ ਵੀ ਇਹ ਸੱਚੀ ਬਾਣੀ, ਇਹਨੂੰ ਸਦਾ ਗਾਓ, ਉੱਥੇ ਨਾਲ ਇਹ ਵੀ ਕਹਿ ਦਿੱਤਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ।
ਬਾਣੀ ਤਾਂ ਕੱਚੀ ਸਤਿਗੁਰੂ ਵਾਜਹੁ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਵਾਜਹੁ ਹੋਰ ਕੱਚੀ ਬਾਣੀ। ਉਹ ਜਿਹੜੀ ਕੱਚੀ ਬਾਣੀ ਹੈ, ਮਹਾਰਾਜ ਸਾਹਿਬ ਕਹਿੰਦੇ ਵੀ ਗੁਰਮੁਖ ਨਹੀਂ ਕੱਚੀ ਬਾਣੀ ਨੂੰ ਪੜ੍ਹਦੇ। ਗੁਰਮੁਖ ਤਾਂ ਸੱਚੀ ਬਾਣੀ ਨਾਲ ਜੁੜਦੇ ਆ। ਗੁਰਮੁਖ ਉਹ ਹੈ ਜੋ ਸੱਚੀ ਬਾਣੀ, ਅਕਾਲੀ ਬਾਣੀ, ਧੁਰ ਕੀ ਬਾਣੀ, ਇਹ ਨਿਰੰਕਾਰ ਦੀ ਬਾਣੀ ਦੇ ਨਾਲ ਜੁੜਦੇ ਹਨ ਗੁਰਮੁਖ। ਵਾਹੋ ਆਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੱਡੇ ਅਵਰ ਨਾ ਕੋਏ। ਵਾਹੋ ਆਹੋ ਅਗਮਿ ਅਥਾਹੋ ਹੈ ਵਾਹੋ ਆਹੋ ਸੱਚਾ ਸੋਏ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸੱਚੀ ਬਾਣੀ ਹੈ ਜਿਹੜੀ ਬਾਣੀ ਗੁਰੂ ਸਾਹਿਬ ਜੀ ਨੇ ਪ੍ਰਵਾਨ ਕੀਤੀ ਹੋਈ ਬਾਣੀ ਹੈ। ਗੁਰੂ ਸਾਹਿਬਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ, 15 ਭਗਤਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ, ਭੱਟ ਸਾਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ, ਔਰ ਇਸੇ ਤਰ੍ਹਾਂ ਗੁਰਸਿੱਖਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਹੈ, ਉੱਥੇ 15 ਭਗਤਾਂ ਦੀ ਉਚਾਰੀ ਹੋਈ ਬਾਣੀ ਹੈ, ਉੱਥੇ 17 ਭੱਟਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਉੱਥੇ ਗੁਰਸਿੱਖਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਤੇ ਮਹਾਰਾਜ ਨੇ ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਜਿਹਨੂੰ ਪ੍ਰਵਾਨ ਕੀਤਾ ਆਪ ਜੀ ਨੇ, ਭੱਟ ਸਾਹਿਬਾਨਾਂ ਦੀ ਬਾਣੀ ਆਪਣੇ ਬਰਾਬਰ ਲਿਖਾਈ ਮਹਾਰਾਜ ਸਾਹਿਬ ਜੀ ਨੇ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਨੂੰ ਵੀ ਪ੍ਰਵਾਨ ਕੀਤਾ ਸਤਿਗੁਰਾਂ ਨੇ। ਫਿਰ ਦਸਮ ਸਰੂਪ ਵਿੱਚ ਬੇਅੰਤ ਬਾਣੀ ਉਚਾਰਨ ਕੀਤੀ ਹੈ। ਫਿਰ ਭਾਈ ਨੰਦ ਲਾਲ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ। ਤੇ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਵੀ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਵਾਨ ਕੀਤੀ ਹੋਈ ਬਾਣੀ ਹੈ। ਗੁਰਮੁਖ ਇਹ ਸਾਰੀ ਸੱਚੀ ਬਾਣੀ ਦੇ ਨਾਲ ਜੁੜਦੇ। ਫਿਰ ਸੱਚੀ ਬਾਣੀ ਜੋ ਵਾਹਿਗੁਰੂ ਜੀ ਦੀ ਬਾਣੀ ਹੈ, ਵਾਹਿਗੁਰੂ ਜੀ ਦੇ ਬੋਲ ਹੈ, ਕਿਉਂਕਿ ਸਾਰੇ ਵਾਹਿਗੁਰੂ ਜੀ ਦੇ ਬੋਲ ਹੀ ਹੈ। ਭਾਵੇਂ ਉਹ ਭਗਤ ਰਸਨਾ ਦੁਆਰਾ ਪ੍ਰਗਟ ਹੋਏ ਆ, ਭਾਵੇਂ ਗੁਰਸਿੱਖਾਂ ਦੀ ਰਸਨਾ ਦੁਆਰਾ ਜਾਂ ਭੱਟ ਸਾਹਿਬਾਨਾਂ ਦੀ ਰਸਨਾ ਦੁਆਰਾ, ਆਪਾਂ ਸਾਰੀ ਬਾਣੀ ਨੂੰ ਸਮੁੱਚੇ ਰੂਪ ਵਿੱਚ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ। ਅਭੇਦ ਹੋ ਗਇਓ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਸਿੱਧੋ ਗੁਰਮੁਖ ਉਹ ਹੈ ਜੋ ਸੱਚ ਦੀ ਬਾਣੀ ਨਾਲ ਜੁੜਿਆ ਹੋਇਆ। ਸੱਚ ਹੈ ਪਰਮੇਸ਼ਰ ਵਾਹਿਗੁਰੂ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਸ ਸੱਚ ਦੀ ਬਾਣੀ ਦੇ ਨਾਲ ਜੋ ਜੁੜ ਗਿਆ ਤੇ ਫਿਰ ਉਸ ਗੁਰਮੁਖ ਦੇ ਅੰਦਰ ਪ੍ਰਗਟ ਹੋਏ ਸੱਚ ਪ੍ਰਗਟ ਹੋ ਜਾਂਦਾ। ਜਿਹੜਾ ਸੱਚ ਦੀ ਬਾਣੀ ਨਾਲ ਜੁੜ ਗਿਆ ਉਹਦੇ ਅੰਦਰ ਫਿਰ ਸੱਚ ਪ੍ਰਗਟ ਹੋ ਜਾਂਦਾ। ਸੱਚ ਕੌਣ? ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਜਾਂਦੇ। ਪ੍ਰਗਟ ਕਦੋਂ ਹੁੰਦੇ ਆ? ਜਦੋਂ ਗੁਰਮੁਖ ਨਾਮ ਜਪਦਾ ਹੈ, ਜਦੋਂ ਗੁਰਬਾਣੀ ਦਾ ਅਭਿਆਸ ਕਰਦਾ ਹੈ। ਇਸ ਕਰਕੇ ਨਾਮ ਨੂੰ, ਬਾਣੀ ਨੂੰ ਏਡੀ ਵੱਡੀ ਮਹਾਨਤਾ ਦਿੱਤੀ ਹੈ। ਪਰਮੇਸ਼ਰ ਦਾ ਇੱਕ ਨਿਰਗੁਣ ਸਰੂਪ ਹੈ, ਇੱਕ ਸਰਗੁਣ ਸਰੂਪ ਹੈ। ਇੱਕ ਮਾਇਆ ਦੇ ਗੁਣਾਂ ਤੋਂ ਰਹਿਤ ਹੈ, ਇੱਕ ਮਾਇਆ ਦੇ ਗੁਣਾਂ ਦੇ ਸਹਿਤ ਹੈ। ਪਰ ਦੋਨਾਂ ਤੋਂ ਹੀ ਨਾਮ ਉੱਤਮ ਹੈ। ਨਾਮ ਨੂੰ ਆਪ ਉੱਤਮ ਆਖਿਆ ਮਹਾਰਾਜ ਨੇ। ਉੱਚੇ ਉੱਪਰ ਉੱਚਾ ਨਾਮ। ਉੱਚਾ ਪਰਮੇਸ਼ਰ ਹੈ, ਪਰ ਪਰਮੇਸ਼ਰ ਵਾਹਿਗੁਰੂ ਜੀ ਨੇ ਆਖਿਆ ਨਾਮ ਮੇਰੇ ਤੋਂ ਵੀ ਉੱਚਾ ਹੈ। ਮੇਰਾ ਨਾਮ ਮੇਰੇ ਤੋਂ ਵੀ ਉੱਚਾ। ਕਿਉਂ? ਕਿਉਂਕਿ ਉਹ ਪਰਮੇਸ਼ਰ ਨਿਰਗੁਣ ਹੋ ਕਰਕੇ ਸਾਰਿਆਂ ਦੇ ਵਿੱਚ ਬੈਠਾ ਹੈ। ਉਹਦੀ ਜੋਤ ਸਾਰਿਆਂ ਦੇ ਵਿੱਚ ਹੈ। ਪਰ ਪ੍ਰਗਟ ਕਦੋਂ ਹੁੰਦੀ ਹੈ? ਜਦੋਂ ਕੋਈ ਨਾਮ ਨਾਲ ਜੁੜਦਾ, ਜਦੋਂ ਕੋਈ ਬਾਣੀ ਦਾ ਅਭਿਆਸ ਕਰਦਾ, ਉਦੋਂ ਉਹ ਸੁਖੀ ਹੁੰਦਾ ਹੈ। ਉਦੋਂ ਉਹਦੇ ਫਿਕਰ, ਉਹਦੀਆਂ ਚਿੰਤਾਵਾਂ ਦੂਰ ਹੁੰਦੀਆਂ ਹਨ। ਜਿੰਨਾ ਚਿਰ ਨਾਮ ਨਹੀਂ ਜਪਦਾ, ਜਿੰਨਾ ਚਿਰ ਗੁਰਬਾਣੀ ਦਾ ਅਭਿਆਸ ਨਹੀਂ ਕਰਦਾ, ਪਰਮੇਸ਼ਰ ਭਾਵੇਂ ਅੰਦਰ ਬੈਠਾ ਹੈ
ਪਰ ਅੰਦਰ ਬੈਠਾ ਵੀ ਉਹ ਗੁਪਤ ਹੀ ਹੈ। ਗੁਪਤ ਤੋਂ ਪ੍ਰਗਟ ਉਦੋਂ ਹੀ ਹੁੰਦਾ ਜਦੋਂ ਕੋਈ ਨਾਮ ਬਾਣੀ ਦਾ ਅਭਿਆਸ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਸਿੱਧੋ ਗੁਰਮੁਖ ਉਹ ਹੈ ਜੋ ਸੱਚੀ ਬਾਣੀ ਦੇ ਨਾਲ ਜੁੜਿਆ ਹੈ ਤੇ ਗੁਰਮੁਖ ਦੇ ਹਿਰਦੇ ਵਿੱਚ ਫਿਰ ਸੱਚ ਪ੍ਰਗਟ ਹੋ ਜਾਂਦਾ ਹੈ। ਗੁਰਮੁਖ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੀ ਜੋਤ ਸਾਖਸ਼ਾਤ ਪ੍ਰਗਟ ਹੋ ਜਾਂਦੀ ਹੈ। ਗੁਰਮੁਖ ਦੇ ਹਿਰਦੇ ਵਿੱਚ ਵੀ ਸੱਚ, ਉਹਦੀ ਰਸਨਾ ਤੇ ਵੀ ਸੱਚ, ਬਲਕਿ ਉਹਦਾ ਹਰੇਕ ਕਰਮ ਜਿਹੜਾ ਹੈ ਉਹਦੇ ਤੇ ਸੱਚ ਦੀ ਮੋਹਰ ਲੱਗਦੀ ਹੈ। ਐਸਾ ਉਹ ਗੁਰਮੁਖ ਹੈ। ਗੁਰਮੁਖ ਮਨ ਭੀਜੈ ਬਿਰਲਾ ਪੂਜੈ ਕੋਏ। ਸਿੱਧੋ ਗੁਰਮੁਖ ਜੋ ਹੈ ਨਾ, ਗੁਰਮੁਖ ਦਾ ਮਨ ਭਿੱਜ ਜਾਂਦਾ ਨਾਮ ਦੇ ਵਿੱਚ। ਮਨ ਭਿੱਜ ਜਾਂਦਾ ਹੈ ਨਾਮ ਦੇ ਵਿੱਚ, ਮਨ ਮੰਨ ਜਾਂਦਾ ਹੈ ਨਾਮ ਦੇ ਵਿੱਚ। ਕਿਉਂਕਿ ਗੱਲ ਸਾਰੀ ਮਨ ਨੂੰ ਮਨਾਉਣ ਦੀ ਹੈ, ਮਨ ਦੇ ਭਿੱਜਣ ਦੀ ਹੈ ਕਿ ਮਨ ਨਾਮ ਵਿੱਚ ਭਿੱਜ ਜਾਵੇ। ਪਰ ਇਹ ਮਨ ਐਸਾ ਹੈ, ਛੇਤੀ ਭਿੱਜਣ ਵਾਲਾ ਨਹੀਂ ਹੈ, ਮੰਨਣ ਵਾਲਾ ਵੀ ਨਹੀਂ ਹੈ। ਬੰਦਾ ਕਹਿੰਦਾ ਹੈ ਨਾ ਮੇਰਾ ਮਨ ਨਹੀਂ ਮੰਨਦਾ ਜੀ। ਕਹਿੰਦੇ ਜੀ ਗੁਰਸਿੱਖੀ ਤਾਂ ਪ੍ਰਾਪਤ ਕਰ ਲਈਏ, ਸਾਬਤ ਸੂਰਤ ਤਾਂ ਹੋ ਜਾਈਏ, ਖੰਡੇ ਬਾਟੇ ਦਾ ਅੰਮ੍ਰਿਤ ਤੇ ਛਕ ਲਈਏ, ਅੰਮ੍ਰਿਤ ਵੇਲੇ ਉੱਠਣ ਤਾਂ ਲੱਗ ਪਈਏ, ਬਾਣੀ ਤਾਂ ਪੜ੍ਹਨ ਲੱਗ ਪਈਏ, ਪਰ ਕੀ ਕਰੀਏ ਮਨ ਨਹੀਂ ਮੰਨਦਾ। ਸਾਰਾ ਪਵਾੜਾ ਹੀ ਤੇ ਮੰਨਦਾ ਹੈ, ਮਨ ਹੀ ਤਾਂ ਮੰਨਦਾ ਨਹੀਂ। ਮਨ ਨੂੰ ਹੀ ਤਾਂ ਮਨਾਉਣਾ ਹੈ। ਭਗਤ ਕਬੀਰ ਸਾਹਿਬ ਜੀ ਨੇ ਆਖਿਆ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। ਹਰ ਤਾਂ ਪਹਿਲਾਂ ਵੀ ਉੱਥੇ ਹੀ ਆ, ਪਹਿਲਾਂ ਵੀ ਉਹ ਸਰਬ ਵਿਆਪਕ ਆ ਸਭ ਥਾਵਾਂ ਤੇ, ਪਰ ਮਨ ਨੇ ਨਹੀਂ ਮੰਨਿਆ ਕਿ ਹਰ ਹੈ ਨੇੜੇ। ਜਦੋਂ ਮਨ ਨੇ ਮੰਨ ਲਿਆ ਕਿ ਪਰਮੇਸ਼ਰ ਮੇਰੇ ਅੰਗ ਸੰਗ ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਦੋਂ ਮਨ ਨੇ ਮੰਨ ਲਿਆ ਤੇ ਫਿਰ ਮਨ ਪਰਮੇਸ਼ਰ ਦੇ ਭੈ ਵਿੱਚ ਰਹਿੰਦਾ ਹੈ, ਫਿਰ ਭਾਉ ਵਿੱਚ ਰਹਿੰਦਾ ਹੈ, ਡਰ ਵਿੱਚ ਰਹਿੰਦਾ ਹੈ, ਉਹਦੇ ਡਰ ਵਿੱਚ ਕਿ ਉਹ ਨਾਲ ਹੈ, ਉਹਦੇ ਪ੍ਰੇਮ ਵਿੱਚ ਰਹਿੰਦਾ ਹੈ। ਜਿਨ ਮਨ ਭਾਉ ਤਿਨਾ ਮਨ ਭਾਉ। ਜਦੋਂ ਮਨ ਮੰਨ ਗਿਆ ਤੇ ਗੁਰਮੁਖ ਉਹ ਹੈ ਜਿਹਦਾ ਮਨ ਭਿੱਜ ਗਿਆ ਨਾਮ ਦੇ ਵਿੱਚ ਚੰਗੀ ਤਰ੍ਹਾਂ। ਜਿਵੇਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਕਿ ਜਿਸ ਦਾ ਮਨ ਭਿੱਜ ਗਿਆ ਨਾ ਨਾਮ ਦੇ ਵਿੱਚ, ਉਹ ਤੇ ਰਾਜਾ ਹੈ, ਰਾਜਾ। ਉਹ ਰੱਜ ਗਿਆ, ਉਹਨੂੰ ਤ੍ਰਿਪਤੀ ਹੋ ਗਈ, ਉਹਨੂੰ ਅੰਦਰੋਂ ਰੱਜ ਪ੍ਰਾਪਤ ਹੋ ਗਿਆ, ਅੰਦਰੋਂ ਇੰਨਾ ਸਬਰ ਸੰਤੋਖ ਪ੍ਰਾਪਤ ਹੋ ਗਿਆ, ਇੰਨੀ ਤ੍ਰਿਪਤੀ ਹੋ ਗਈ ਵੀ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇ ਅਵਰ ਨਾ ਭਾਇਆ ਰਾਮ। ਇਹ ਸਾਰੀ ਧਰਤੀ ਵੀ ਭਾਵੇਂ ਸੋਨੇ ਦੀ ਕਰਕੇ ਦੇ ਦਈਏ, ਕਿਉਂਕਿ ਉਹਦਾ ਮਨ ਨਾਮ ਵਿੱਚ ਭਿੱਜ ਗਿਆ। ਨਾਮ ਤੋਂ ਬਿਨਾ ਉਹਨੂੰ ਹੋਰ ਕੋਈ ਭਾਉਂਦਾ ਹੀ ਨਹੀਂ ਹੈ। ਉਸ ਗੁਰਮੁਖ ਦੀ ਐਸੀ ਅਵਸਥਾ ਹੈ। ਉਂਝ ਭਾਵੇਂ ਉਹ ਟੁੱਟੀ ਛੰਨ ਵਿੱਚ ਰਹਿੰਦਾ ਹੋਵੇ, ਝੋਪੜੀ ਵਿੱਚ ਰਹਿੰਦਾ ਹੋਵੇ, ਪਰ ਮਨ ਭਿੱਜੇ ਦੀ ਨਿਸ਼ਾਨੀ ਹੈ, ਮਨ ਮੰਨੇ ਦੀ ਨਿਸ਼ਾਨੀ ਹੈ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਭਿੰਨਾ। ਭਿੰਨਾ ਨਾ ਭਿੱਜ ਗਿਆ। ਜਿਹਦਾ ਮਨ ਨਾਮ ਵਿੱਚ ਭਿੱਜ ਗਿਆ, ਨਾਮ ਵਿੱਚ ਜੁੜ ਗਿਆ, ਨਾਮ ਦੇ ਵਿੱਚ ਜਿਸ ਨੇ ਚੁੱਭਾ ਲਾ ਲਿਆ, ਉਹ ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਹੈ। ਉਹਦੀ ਤਾਂ ਚਰਨ ਧੂੜ ਮਿਲ ਜਾਵੇ ਤੇ ਮਹਾਰਾਜ ਕਹਿੰਦੇ ਉਧਰ ਜਾਈਦਾ ਹੈ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਗੁਰਮੁਖ ਮਨ ਭੀਜੈ। ਸਿੱਧੋ ਗੁਰਮੁਖ ਦਾ ਮਨ ਭਿੱਜ ਜਾਂਦਾ ਹੈ ਗੁਰੂ ਕੇ ਬਚਨਾਂ ਤੇ ਨਾਮ ਦੇ ਨਾਲ। ਪਰ ਇਸ ਗੱਲ ਨੂੰ ਵਿਰਲਾ ਬੁੱਝੈ ਕੋਏ, ਹਾਰੀ ਸਾਰੀ ਨਹੀਂ ਬੁੱਝਦਾ ਹੈ, ਕੋਈ ਵਿਰਲਾ ਹੀ ਇਸ ਨੂੰ ਬੁੱਝਦਾ ਹੈ, ਇਸ ਸਿਧਾਂਤ ਨੂੰ ਸਮਝਦਾ ਹੈ। ਗੁਰਮੁਖ ਨਿਜ ਘਰ ਵਾਸਾ ਹੋਏ। ਗੁਰਮੁਖ ਉਹ ਹੈ, ਗੁਰੂ ਕੇ ਉਪਦੇਸ਼ ਦਾ ਧਾਰਨੀ ਉਹ ਜੀਵ ਹੈ, ਉਹ ਗੁਰਮੁਖ ਹੈ ਜਿਸ ਦਾ ਮਨ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰੀ, ਜਿਸ ਦਾ ਤਨ ਗੁਰੂ ਕੀ ਰਹਿਤ ਦੇ ਅਨੁਸਾਰੀ, ਉਸ ਗੁਰਮੁਖ ਦਾ ਫਿਰ ਨਿਜ ਘਰ ਵਿੱਚ ਵਾਸਾਂ ਦਾ। ਨਿਜ ਕਹਿੰਦੇ ਆਪਣੇ ਆਪ ਨੂੰ, ਨਿਜ ਆਪ ਨੂੰ ਕਹਿੰਦੇ, ਜਿਵੇਂ ਕਹਿੰਦੇ ਨਾ ਵੀ ਇਹ ਮੇਰਾ ਨਿੱਜੀ ਘਰ ਹੈ, ਇਹ ਮੇਰੀ ਨਿੱਜੀ ਜਾਇਦਾਦ ਹੈ। ਆਹ ਕੰਮ ਮੈਂ ਨਿੱਜ ਆਪਣੇ ਵਾਸਤੇ ਵਰਤਿਆ ਜਾਂਦਾ।
ਗੁਰਮੁਖ ਨਿਜ ਘਰ ਵਾਸਾ ਹੋਏ। ਗੁਰਮੁਖ ਦਾ ਆਪਣੇ ਘਰ ਵਿੱਚ ਵਾਸਾ ਹੁੰਦਾ, ਨਹੀਂ ਤੇ ਬੰਦਾ ਪਰਾਏ ਘਰਾਂ ਵਿੱਚ ਤੁਰਿਆ ਫਿਰਦਾ, ਬਾਹਰ ਹੀ ਤੁਰਿਆ ਫਿਰਦਾ। ਸਤਿਗੁਰੂ ਕਹਿੰਦੇ ਆ ਸੰਸਾਰ ਵੀ ਪਰਾਇਆ ਘਰ ਹੀ ਹੈ, ਮੁਸਾਫਰਖਾਨਾ ਹੀ ਹੈ, ਸਰਾਂ ਹੀ ਹੈ, ਇਹ ਤੇਰਾ ਆਪਣਾ ਘਰ ਨਹੀਂ ਹੈ। ਤੇ ਜਿਸ ਘਰ ਵਿੱਚ ਤੂੰ ਰਹਿਣਾ ਹੈ, ਇੱਟਾਂ ਵੱਟਿਆਂ ਦਾ ਘਰ ਜਿਹੜਾ ਹੈ, ਉਹ ਵੀ ਤੇਰਾ ਨਿੱਜ ਘਰ ਨਹੀਂ ਹੈ। ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹਿ ਜਾਨ, ਉਹ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ। ਨਿੱਜ ਘਰ ਤੇਰਾ ਆਪਣੇ ਘਰ ਦੇ ਵਿੱਚ, ਗੁਰਮੁਖ ਦਾ ਆਪਣੇ ਘਰ ਵਿੱਚ ਵਾਸਾ ਹੁੰਦਾ, ਉਹ ਆਪਣੇ ਘਰ ਵਿੱਚ। ਮਹਾਰਾਜ ਕਹਿੰਦੇ ਜੀਵ ਤਾਂ ਪ੍ਰਦੇਸ਼ ਵਿੱਚ ਹੀ ਤੁਰਿਆ ਫਿਰਦਾ ਹੈ, ਆਪਣੇ ਦੇਸ਼ ਵਿੱਚ ਤਾਂ ਆਉਂਦਾ ਹੀ ਨਹੀਂ, ਆਪਣੇ ਘਰ ਵਿੱਚ ਤਾਂ ਆਉਂਦਾ ਹੀ ਨਹੀਂ। ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਮਨ ਪਰਦੇਸੀ ਹੋਇਆ ਪਿਆ, ਜਦੋਂ ਬਾਹਰ ਮੁਖੀ ਹੋਇਆ ਹੈ ਤੇ ਪ੍ਰਦੇਸ਼ ਵਿੱਚ ਹੀ ਤੁਰਿਆ ਫਿਰਦਾ ਹੈ। ਆਪਣਾ ਦੇਸ਼ ਆਪਣੇ ਹਿਰਦੇ ਵਿੱਚ, ਆਪਣੇ ਅੰਤਰਾਤਮੇ, ਆਪਣੇ ਘਰ ਦੇ ਵਿੱਚ ਗੁਰਮੁਖ ਦਾ ਵਾਸਾ ਹੁੰਦਾ ਹੈ। ਉਹ ਅੰਤਰਮੁਖ ਹੋ ਜਾਂਦਾ ਆਪਣੇ ਅੰਦਰ, ਕਿਉਂਕਿ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਕਿ ਪਰਮੇਸ਼ਰ ਵਾਹਿਗੁਰੂ ਜੀ ਜਿਹੜਾ ਵੀ ਜੁੜਿਆ ਹੈ ਨਾ ਪ੍ਰਭੂ ਦਾ ਪਿਆਰਾ, ਉਦੋਂ ਹੀ ਉਸ ਨੂੰ ਪ੍ਰਾਪਤੀ ਹੋਈ ਜਦੋਂ ਉਹ ਆਪਣੇ ਅੰਦਰ ਵੱਲ ਨੂੰ ਆਇਆ। ਬਾਹਰ ਨੂੰ ਜਾਈਏ ਤੇ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ, ਅੰਦਰ ਨੂੰ ਆਈਏ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਦਾਰਥ ਬਾਹਰੋਂ ਲੱਭਦਾ ਹੈ, ਪ੍ਰਮਾਤਮਾ ਅੰਦਰੋਂ ਹੀ ਮਿਲਦੇ ਜਦੋਂ ਮਿਲੇ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਓ। ਕੋਹਪ ਮਤ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ। ਘਟ ਹੀ ਖੋਜੋ ਭਾਈ, ਬਾਹਰ ਖੋਜੋ ਨਹੀਂ ਆਖਿਆ, ਘਟ ਹੀ ਖੋਜੋ, ਹਿਰਦੇ ਵਿੱਚ ਖੋਜੋ ਭਾਈ। ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਲੇਹ। ਗੁਰੂ ਕੇ ਸ਼ਬਦ ਦੁਆਰਾ ਆਪਣੇ ਅੰਦਰ ਦੀ ਖੋਜ ਕਰ। ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਣੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭ੍ਰਮ ਕੀ ਕਾਈ। ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਚੀਨਦਾ, ਆਪਣੇ ਆਪ ਨੂੰ ਨਹੀਂ ਜਾਣਦਾ, ਉਹਨਾਂ ਚਿਰ ਇਹਦੇ ਭਰਮ ਭਟਕਣਾ ਭੁਲੇਖਾ ਦੂਰ ਨਹੀਂ ਹੁੰਦਾ। ਬਾਬਾ ਫਰੀਦ ਸਾਹਿਬ ਜੀ ਬਹੁਤ ਸਮਾਂ ਜੰਗਲਾਂ ਵਿੱਚ ਜਪ ਤਪ ਕੀਤਾ, ਤਪੱਸਿਆ ਸਾਧੀ। ਅਖੀਰ ਤੇ ਜਦੋਂ ਪ੍ਰਾਪਤੀ ਹੋਈ, ਕਹਿੰਦੇ ਹਿਰਦੇ ਘਰ ਵਿੱਚੋਂ ਹੀ ਮਿਲਿਆ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਕਹਿੰਦੇ ਰੱਬ ਹਿਰਦੇ ਵਿੱਚ ਵਸਦਾ ਵਾ, ਜੰਗਲ ਵਿੱਚ ਕੀ ਢੂੰਡ ਕਰਨੀ ਹੈ। ਗੁਰਮੁਖ ਨਿਜ ਘਰ ਵਾਸਾ ਹੋਏ। ਗੁਰਮੁਖ ਉਹ ਹੈ ਜਿਹੜਾ ਗੁਰੂ ਕੇ ਉਪਦੇਸ਼ ਦਾ ਧਾਰਨੀ ਹੋ ਕਰਕੇ ਉਸ ਗੁਰਮੁਖ ਦਾ ਫਿਰ ਨਿਜ ਘਰ ਵਿੱਚ ਵਾਸਾ ਹੋ ਜਾਂਦਾ। ਆਪਣੇ ਘਰ ਵਿੱਚ ਭਾਵ ਅੰਤਰ ਆਤਮੇ ਵਾਸਾ ਹੁੰਦਾ ਹੈ। ਗੁਰਮੁਖ ਜੋਗੀ ਜੁਗਤ ਪਛਾਣੈ। ਨਿਜ ਘਰ ਨਾਮ ਹਿਰਦੇ ਘਰ ਦਾ ਵੀ ਹੈ, ਅੰਤਰ ਦਾ ਵੀ ਹੈ, ਤੇ ਨਿਜ ਘਰ ਨਾਮ ਸਤ ਸੰਗਤ ਦਾ ਵੀ ਹੈ। ਨਿਜ ਘਰ ਨਾਮ ਤੁਰਿਆ ਪਦ ਦਾ ਵੀ ਹੈ, ਦਸਮ ਦੁਆਰ ਦਾ ਵੀ ਹੈ। ਨਿਜ ਘਰ ਨਾਮ ਸੱਚਖੰਡ ਦਾ ਵੀ ਹੈ। ਗੁਰਮੁਖ ਦਾ ਸੱਚਖੰਡ ਵਿੱਚ ਵਾਸਾ ਹੁੰਦਾ ਹੈ, ਸਤ ਸੰਗਤ ਵਿੱਚ ਵਾਸਾ ਹੁੰਦਾ ਹੈ। ਅਗਲਾ ਬਚਨ, ਗੁਰਮੁਖ ਜੋਗੀ ਜੁਗਤ ਪਛਾਣੈ। ਗੁਰਮੁਖ ਜੋਗੀ ਹੈ। ਗੁਰਮੁਖ ਅਸਲ ਵਿੱਚ ਗੁਰੂ ਕੇ ਉਪਦੇਸ਼ ਦਾ ਜੋ ਧਾਰਨੀ ਹੈ, ਸਿੱਧੋ ਉਹੀ ਜੋਗੀ ਹੈ। ਜੋਗੀ ਨਾਮ ਜੁੜੇ ਹੋਏ ਦਾ, ਗੁਰਮੁਖ ਜੁੜਿਆ ਹੋਇਆ ਜੋਗੀ ਹੈ। ਕਿਉਂਕਿ ਗੁਰਮੁਖ ਨੇ ਗੁਰੂ ਸਾਹਿਬ ਦੇ ਪਾਸੋਂ ਜੁਗਤ ਪਛਾਣੈ, ਜੁਗਤ ਨੂੰ ਪਛਾਣ ਲਿਆ, ਤਰੀਕਾ ਜਾਣ ਲਿਆ ਗੁਰੂ ਸਾਹਿਬ ਦੇ ਪਾਸੋਂ ਕਿਵੇਂ ਜੁੜਨਾ। ਮਹਾਰਾਜ ਨੇ ਆਖਿਆ ਰਹਿਣਾ ਪਰਿਵਾਰ ਵਿੱਚ ਹੀ ਹੈ, ਰਹਿਣਾ ਸੰਸਾਰ ਵਿੱਚ ਹੀ ਹੈ, ਧੰਦੇ ਵਿੱਚ ਰਹਿਣਾ, ਧੰਦਾ ਕਰਦਿਆਂ ਕਰਦਿਆਂ ਨਾਲ ਧਰਮ ਵੀ ਧਾਰਨ ਕਰਨਾ, ਕਿਰਤ ਵੀ ਕਰਨੀ ਹੈ ਧਰਮ ਦੀ, ਕੀਰਤੀ ਵੀ ਕਰਨੀ ਹੈ ਕਰਤਾਰ ਦੀ। ਪਦਾਰਥ ਵਿੱਚ ਰਹਿ ਕਰਕੇ ਪ੍ਰਮਾਤਮਾ ਨਾਲ ਜੁੜਨਾ। ਗੁਰਮੁਖ ਨੂੰ
ਇਹ ਜੁਗਤ ਪ੍ਰਾਪਤ ਹੋ ਗਈ। ਗੁਰਮੁਖ ਨੇ ਇਹ ਤਰੀਕਾ ਗੁਰੂ ਸਾਹਿਬ ਜੀ ਤੋਂ ਪਛਾਣ ਲਿਆ ਵੀ ਗ੍ਰਸਥ ਵਿੱਚ ਰਹਿਣਾ ਹੈ, ਪਰ ਰਹਿਣਾ ਇਸ ਤਰ੍ਹਾਂ ਜਿਵੇਂ ਕਮਲ ਫੁੱਲ ਪਾਣੀ 'ਚ ਰਹਿੰਦਾ ਪਰ ਫਿਰ ਵੀ ਪਾਣੀ ਤੋਂ ਨਿਰਲੇਪ ਰਹਿੰਦਾ। ਰਹਿਣਾ ਪਰਿਵਾਰ ਵਿੱਚ ਹੀ ਹੈ, ਪਰ ਨਾਲ ਗੁਰੂ ਕੀ ਬਾਣੀ ਪੜ੍ਹਦਿਆਂ ਇਹ ਵੀ ਸਮਝਣਾ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਇਹ ਗੁਰਮੁਖ ਰਹਿੰਦਾ ਪਰਿਵਾਰ ਵਿੱਚ, ਪਰ ਨਾਲ ਗੁਰੂ ਦਾ ਸ਼ਬਦ ਪੜ੍ਹ ਕੇ ਬਾਣੀ ਦਾ ਅਭਿਆਸ ਕਰਕੇ ਇਸ ਗੱਲ ਨੂੰ ਵੀ ਚੇਤੇ ਰੱਖਦਾ ਵੀ ਇਹ ਕੁਟੰਬ ਨਾ ਤੇ ਨਾਲ ਆਇਆ ਤੇ ਨਾ ਇਹਨੇ ਨਾਲ ਜਾਣਾ। ਆਵਤ ਇਕੇਲਾ ਜਾਤ ਇਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ, ਵੀ ਇਕੱਲੇ ਹੀ ਆਏ ਆ ਤੇ ਇਕੱਲੇ ਹੀ ਜਾਣਾ। ਇੱਥੇ ਆ 4 ਦਿਨ ਦਾ ਇਹ ਮੇਲ ਮਿਲਾਪ। ਇਸ ਕਰਕੇ ਗੁਰਮੁਖ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਇਸ ਤਰ੍ਹਾਂ ਰਹਿੰਦਾ ਹੈ ਜਿਵੇਂ ਕਮਲ ਫੁੱਲ ਪਾਣੀ 'ਚ ਰਹਿੰਦਾ ਹੋਇਆ ਪਾਣੀ 'ਚ ਉੱਪਰ ਰਹਿੰਦਾ, ਪਦਾਰਥਾਂ ਵਿੱਚ ਖੁੱਭਦਾ ਨਹੀਂ, ਪਰਿਵਾਰ ਵਿੱਚ ਖੁੱਭਦਾ ਨਹੀਂ, ਕਿਉਂਕਿ ਉਹਨੂੰ ਜੁਗਤ ਪ੍ਰਾਪਤ ਹੋ ਗਈ। ਵਿੱਚੇ ਗ੍ਰਹਿ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ। ਗੁਰਮੁਖ ਘਰ ਵਿੱਚ ਰਹਿੰਦਿਆਂ ਉਦਾਸੀ ਹੈ, ਗੁਰਮੁਖ ਘਰ ਵਿੱਚ ਰਹਿੰਦਿਆਂ ਜੋਗੀ ਹੈ, ਗੁਰਮੁਖ ਘਰ ਵਿੱਚ ਰਹਿੰਦਿਆਂ ਸੰਨਿਆਸੀ ਹੈ, ਗੁਰਮੁਖ ਘਰ ਵਿੱਚ ਰਹਿੰਦਿਆਂ ਤਿਆਗੀ ਹੈ, ਗੁਰਮੁਖ ਗ੍ਰਸਥ ਵਿੱਚ ਰਹਿੰਦਿਆਂ ਬੈਰਾਗੀ ਹੈ, ਗੁਰਮੁਖ ਘਰ ਵਿੱਚ ਰਹਿੰਦਿਆਂ ਹੋਇਆਂ ਰਾਜ ਮਾਣਦਾ ਹੋਇਆ ਵੀ ਜੋਗੀ ਹੈ। ਪਰ ਗੁਰੂ ਕੇ ਉਪਦੇਸ਼ ਦੁਆਰਾ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਸਤਿਗੁਰੂ ਜੀ ਦੇ ਉਪਦੇਸ਼ ਰਾਹੀਂ ਇਹ ਦਾਤ ਪ੍ਰਾਪਤ ਹੋਈ। ਰੇ ਮਨ ਐਸੋ ਕਰ ਸੰਨਿਆਸਾ, ਬਣ ਸੀ ਸਦਨ। ਜੋ ਕੁਝ ਬਣ ਵਿੱਚ ਜਾ ਕੇ ਜੰਗਲ ਵਿੱਚ ਜਾ ਕੇ ਇਕਾਂਤ ਭਾਲਣੀ ਸੀ, ਉਹ ਗੁਰਮੁਖ ਘਰ ਵਿੱਚ ਰਹਿ ਕੇ ਇਕਾਂਤ, ਉਹਨੇ ਘਰ ਨੂੰ ਹੀ ਜੰਗਲ ਸਮਾਨ ਸਮਝਿਆ। ਬਣ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ। ਜਤ ਕੀ ਜਟਾ ਜੋਗ ਕੋ ਮੱਜਣ, ਨੇਮ ਕੇ ਨਕਨ ਵਢਾਓ। ਗਿਆਨ ਗੁਰੂ ਆਤਮ ਉਪਦੇਸਹੁ, ਧਿਆਨ ਬਿਭੂਤ ਚੜਾਓ। ਐਸੀ ਅਵਸਥਾ ਇਹ ਗੁਰਮੁਖ ਨੂੰ ਪ੍ਰਾਪਤ ਹੋਈ। ਨਾਨਕ ਸਤਿਗੁਰ ਭੇਟਿਆ, ਨਾਨਕ ਸਤਿਗੁਰ ਭੇਟਿਆ, ਨਾਨਕ ਸਤਿਗੁਰ ਭੇਟਿਆ, ਨਾਨਕ ਸਤਿਗੁਰ ਭੇਟਿਆ। ਪੂਰੀ ਹੋਵੈ ਜੁਗਤ, 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 ਪੂਰੀ ਹੋਵੈ ਜੁਗਤ। ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੈ ਜੁਗਤ। ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਵੰਦਿਆਂ, ਵਿੱਚੇ ਹੋਵੈ ਮੁਕਤ। ਮਹਾਰਾਜ ਕਹਿੰਦੇ ਭਾਈ ਮੁਕਤ ਹੋਣ ਵਾਸਤੇ ਥੋੜਾ ਵੀ ਤੁਸੀਂ ਹੁਣ ਹੱਸਣਾ ਵੀ ਛੱਡ ਦੇਣਾ, ਖੇਡਣਾ ਛੱਡ ਦੇਣਾ, ਜਾਂ ਖਾਣਾ ਪੀਣਾ ਛੱਡ ਦੇਣਾ ਕਿ ਫਿਰ ਮੁਕਤੀ ਮਿਲੇਗੀ। ਮਹਾਰਾਜ ਕਹਿੰਦੇ ਨਹੀਂ, ਗੁਰੂ ਕੀ ਸ਼ਰਨ ਵਿੱਚ ਪੈ ਕੇ ਗੁਰਮੁਖ ਬਣ ਕੇ ਗੁਰੂ ਸਾਹਿਬ ਪਾਸੋਂ ਜੁਗਤੀ ਹਾਸਲ ਕਰਕੇ ਹੱਸੰਦਿਆਂ ਖੇਲੰਦਿਆਂ ਪੈ ਨੰਦਿਆਂ, ਇਹ ਨਹੀਂ ਵੀ ਬਸਤਰ ਪਹਿਨਣੇ ਛੱਡ ਦੇਣੇ, ਕਈਆਂ ਨੇ ਛੱਡ ਦਿੱਤੇ। ਉਹ ਕਹਿੰਦੇ ਮੁਕਤੀ ਲੈਣ ਵਾਸਤੇ ਆਪਾਂ ਨੂੰ ਨਾਂਗੇ ਸਾਧੂ ਬਣ ਜਾਂਦੇ। ਐਸੇ ਵੀ ਮਤ ਹਨ ਸੰਸਾਰ ਵਿੱਚ, ਪਰ ਮਹਾਰਾਜ ਸਾਹਿਬ ਜੀ ਨੇ ਨਹੀਂ ਆਖਿਆ। ਗੁਰੂ ਸਾਹਿਬ ਕਹਿੰਦੇ ਤੁਸੀਂ ਬਸਤਰ ਵੀ ਪਹਿਨੋ ਭਾਈ। ਇਹ ਸੰਸਾਰ ਦੀ ਮਰਿਆਦਾ ਹੈ, ਸੰਸਾਰ ਦੀ ਰਹੁ ਰੀਤ ਹੈ। ਇਸ ਕਰਕੇ ਹੱਸਦਿਆਂ ਖੇਡਦਿਆਂ ਪਹਿਨਦਿਆਂ ਤੇ ਘਰ ਵਿੱਚ ਰਹਿੰਦਿਆਂ ਖਾਂਦਿਆਂ ਪੀਂਦਿਆਂ, ਪਰ ਗੁਰੂ ਦਾ ਉਪਦੇਸ਼ ਲੈ ਕੇ ਨਾਮ ਜਪਦਿਆਂ ਮੁਕਤੀ ਪ੍ਰਾਪਤ ਹੋਵੇਗੀ। ਇਹ ਨਹੀਂ ਵੀ ਗੁਰੂ ਕੇ ਉਪਦੇਸ਼ ਤੋਂ ਬਿਨਾਂ ਫਿਰ ਨਹੀਂ। ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਵੰਦਿਆਂ, ਵਿੱਚੇ ਹੋਵੇ ਮੁਕਤ। ਪਰ ਉਸ ਵੇਲੇ ਜਦੋਂ ਨਾਨਕ ਸਤਿਗੁਰ ਭੇਟਿਆ, ਜਦੋਂ ਸਤਿਗੁਰੂ ਮਿਲ ਪੈਣਗੇ ਤਾਂ ਗੁਰਮੁਖ ਜੋਗੀ ਹੈ, ਜੁੜਿਆ ਹੋਇਆ, ਕਿਉਂਕਿ ਉਸਨੇ ਜੁਗਤ ਪਛਾਣ ਲਈ। ਕਿਵੇਂ ਘਰ ਵਿੱਚ ਰਹਿੰਦਿਆਂ, ਕਿਵੇਂ ਪਰਿਵਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਜੁੜ ਕੇ ਰਹਿਣਾ। ਭਗਤ ਕਬੀਰ ਸਾਹਿਬ ਜੀ ਗ੍ਰਸਤੀ, ਨਾਮਦੇਵ ਸਾਹਿਬ ਜੀ ਗ੍ਰਸਤੀ ਹੈ। ਪਰਿਵਾਰ ਵਿੱਚ ਰਹਿੰਦਿਆਂ ਧਰਮ ਦੀ ਕਿਰਤ ਵੀ ਕਰਦੇ ਆ,
ਤੇ ਕਰਤਾ ਪੁਰਖ ਦੀ ਕੀਰਤੀ ਵੀ ਕਰਦੇ। ਤੋ ਇਸ ਕਰਕੇ ਜੁਗਤੀ ਵੀ ਦੱਸ ਦਿੱਤੀ, ਹਾਥ ਪਾਓ ਕਰ ਕਾਮ ਸਭ ਜੀਤ ਨਿਰੰਜਨ ਨਾਲ। ਇਹ ਕੰਮਕਾਰ ਵੀ ਕਰਨਾ ਹੱਥੀਂ ਪੈਰੀ, ਤੇ ਪਰ ਨਿਰੰਜਨ ਨਾਲ ਵੀ ਚਿੱਤ ਜੋੜ ਕੇ ਰੱਖਣਾ। ਇਹ ਗੁਰਮੁਖ ਐਸੇ ਜੋਗੀ ਹਨ, ਉਹਨਾਂ ਨੇ ਇਸ ਜੁਗਤ ਨੂੰ ਸਿੱਧੋ ਪਛਾਣਿਆ ਹੈ। ਗੁਰਮੁਖ ਨਾਨਕ ਏਕੋ ਜਾਣੈ। ਗੁਰਮੁਖ ਉਹ ਹੈ ਜੋ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਇੱਕ ਨੂੰ ਜਾਣਦਾ। ਗੱਲ ਇੱਕ ਨੂੰ ਜਾਣਨ ਦੀ ਹੈ। ਜਦੋਂ ਇੱਕ ਨੂੰ ਜਾਣ ਲਿਆ, ਫਿਰ ਅਨੇਕਤਾ ਵਿੱਚ ਰਹਿੰਦਿਆਂ ਹੋਇਆਂ ਵੀ ਇੱਕ ਨਾਲ ਜੁੜਿਆ ਰਹਿੰਦਾ। ਫਿਰ ਅਨੇਕਤਾ ਵਿੱਚੋਂ ਵੀ ਇੱਕ ਹੀ ਦਿਸਦਾ ਵੀ ਇਹ ਜੋ ਕੁਝ ਉਹਨੇ ਪੈਦਾ ਕੀਤਾ ਵਾ, ਇਹ ਸਭ ਅੱਲਾ ਦੇ ਹੀ ਬੰਦੇ ਆ, ਇਹ ਅੱਲਾ ਦਾ ਹੀ ਨੂਰ ਹੈ ਸਾਰਾ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਉਹਦੀ ਕੁਦਰਤ ਦੇ ਸਾਰੇ ਬੰਦੇ ਪੈਦਾ ਕੀਤੇ ਹੋਏ, ਉਹਦੀ ਸ਼ਕਤੀ ਨਾਲ ਹੀ ਪੈਦਾ ਹੋਏ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਦੋਂ ਇੱਕ ਨੂੰ ਜਾਣ ਲਿਆ ਗੁਰੂ ਕੀ ਸ਼ਰਨ ਵਿੱਚ ਪੈ ਕੇ, ਫਿਰ ਵੇਖਦਾ ਵੀ ਸਾਰੀ ਰਚਨਾ ਦੇ ਵਿੱਚ ਵਰਤਨ ਤਾਂ ਇੱਕੋ ਹੀ ਡਿਆ, ਇੱਕ ਦਾ ਹੀ ਵਰਤਾਰਾ ਸਭ ਪਾਸੇ ਵਰਤ ਰਿਹਾ ਹੈ। ਸਾਰੀ ਅਨੇਕਤਾ ਉਸ ਇੱਕ ਨੇ ਹੀ ਪੈਦਾ ਕੀਤੀ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ। ਇਸ ਅਨੇਕਤਾ ਦੇ ਵਿੱਚ ਜੋਤ ਤਾਂ ਇੱਕੇ ਦੀ ਵਿਆਪਕ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ। ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧਵ ਜੀਆ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮਣਾ ਭੂਲਾ ਭਾਈ, ਖਾਲਿਕ ਖਲਕ ਖਲਕ ਮਹਿ ਖਾਲਿਕ। ਪੂਰ ਰਹਿਓ ਸਰਬ ਠਾਈ ਰਹਾਉ। ਮਾਟੀ ਏਕ ਅਨੇਕ ਭਾਂਤ ਕਰ ਸਾਜੀ, ਸਾਜਣ ਹਾਰ। ਇੱਕੇ ਮਿੱਟੀ ਦੇ ਸਾਰੇ ਭਾਂਡੇ ਬਣਾਏ ਆ ਸਿਰਜਣਹਾਰ ਨੇ। ਕੋਈ ਪਤਲਾ ਬਣਾਤਾ, ਕੋਈ ਮੋਟਾ ਬਣਾਤਾ, ਕੋਈ ਛੋਟਾ ਬਣਾਤਾ, ਕੋਈ ਵੱਡਾ ਬਣਾਤਾ, ਕੋਈ ਮਧਰਾ ਬਣਾਤਾ, ਕੋਈ ਲੰਮਾ ਬਣਾਤਾ, ਤੇ ਮਿੱਟੀ ਤੇ ਇੱਕੋ ਹੀ ਲਾਈ ਸਾਰਿਆਂ ਨੂੰ। ਰੰਗ ਵੱਖਰੇ ਵੱਖਰੇ ਭਰ ਦਿੱਤੇ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ। ਕੋਈ ਗੋਰਾ, ਕੋਈ ਚਿੱਟਾ, ਕੋਈ ਕਾਲਾ। ਮਾਟੀ ਏਕ ਅਨੇਕ ਭਾਂਤ ਕਰ ਸਾਜੀ, ਸਾਜਣ ਹਾਰ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰ। ਸਭ ਮਹਿ ਸੱਚਾ ਇੱਕੋ ਸੋਈ। ਭਾਂਡੇ ਵੱਖਰੇ ਵੱਖਰੇ ਤੇ ਵਿੱਚ ਸਾਰਿਆਂ ਦੇ ਸੱਚਾ ਇੱਕੋ ਹੀ ਹੈ। ਸਭ ਮਹਿ ਸੱਚਾ ਇੱਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ। ਹੁਕਮ ਪਛਾਨੈ ਸੋ ਇੱਕੋ ਜਾਣੈ, ਬੰਦਾ ਕਹੀਐ ਸੋਈ। ਅੱਲਾਹੁ ਅਲਖ ਨਾ ਜਾਈ, ਲਖਿਆ ਗੁਰ। ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸੰਕਾ ਨਾਸੀ। ਸਰਬ ਨਿਰੰਜਨ ਡੀਠਾ। ਨਿਰੰਜਨ ਉਹ ਜਿਹਨੂੰ ਮੈਲ ਨਹੀਂ ਲੱਗਦੀ। ਨਿਰਅੰਜਨ, ਅੰਜਨ ਤੋਂ ਰਹਿਤ, ਕਾਲਖ ਤੋਂ ਰਹਿਤ, ਮੈਲ ਤੋਂ ਰਹਿਤ, ਸੁੱਧ ਸਰੂਪ। ਸਾਰੇ ਪਾਸੇ ਵੇਖ ਲਿਆ ਵੀ ਸਾਰਿਆਂ ਦੇ ਵਿੱਚ ਰਹਿੰਦਾ ਵੀ ਉਹ ਨਿਰੰਜਨ ਹੈ, ਸਾਰਿਆਂ ਦੇ ਵਿੱਚ ਬੈਠਾ ਵੀ ਮੈਲ ਤੋਂ ਰਹਿਤ, ਮੈਲਾ ਨਹੀਂ ਹੁੰਦਾ। ਇਹ ਗੁਰਮੁਖਾਂ ਨੂੰ ਅਵਸਥਾ ਪ੍ਰਾਪਤ ਹੋਈ। ਗੁਰਮੁਖਾਂ ਨੇ ਇੱਕ ਨੂੰ ਜਾਣਿਆ, ਫਿਰ ਇੱਕ ਦੇ ਨਾਲ ਹੀ ਉਹਨਾਂ ਦੀ ਸਾਂਝ ਪੈ ਗਈ। ਪਰ ਇੱਕ ਨੂੰ ਉਹਨਾਂ ਨੇ ਜਾਣਿਆ ਤੇ ਉਹਦੀ ਅਨੇਕਤਾ ਨੂੰ ਉਹ ਭੰਡਦੇ ਨਹੀਂ, ਨਿੰਦਦੇ ਨਹੀਂ। ਇਹ ਅਨੇਕਤਾ ਉਸੇ ਦੀ ਬਣਾਈ ਹੋਈ ਹੈ। ਦਿਨ ਸਤਿਗੁਰ ਸੇਵੇ ਜੋਗ ਨਾ ਹੋਈ। ਸਿੱਧੋ ਸਤਿਗੁਰੂ ਦੀ ਸੇਵਾ ਤੋਂ ਬਿਨਾ, ਸਤਿਗੁਰੂ ਜੀ ਦੇ ਉਪਦੇਸ਼ ਸੇਵਨ ਤੋਂ ਬਿਨਾ, ਉਪਦੇਸ਼ ਗ੍ਰਹਿਣ ਕਰਨ ਤੋਂ ਬਿਨਾ ਪਰਮੇਸ਼ਰ ਨਾਲ ਜੁੜਿਆ ਨਹੀਂ ਜਾ ਸਕਦਾ। ਜੋਗ ਪ੍ਰਾਪਤ ਨਹੀਂ ਹੋ ਸਕਦਾ। ਜੋਗ ਨਾਮ ਹੈ ਜੁੜਨ ਦਾ, ਜੋਗੀ ਨਾਮ ਜੁੜੇ ਹੋਏ ਦਾ। ਬਿਨਾਂ ਸੱਚੇ ਗੁਰੂ ਦੀ ਸੇਵਾ ਤੋਂ, ਬਿਨਾਂ ਸੱਚੇ ਗੁਰੂ ਦੇ ਉਪਦੇਸ਼ ਸੇਵਨ ਤੋਂ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੁੜਿਆ ਨਹੀਂ ਜਾ ਸਕਦਾ। ਜੋਗ ਨਹੀਂ ਹੋ ਸਕਦਾ। ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਬਿਨਾਂ ਸੱਚੇ ਗੁਰੂ ਜੀ ਦੇ ਮਿਲਾਪ ਤੋਂ, ਜਿੰਨਾ ਚਿਰ ਸੱਚੇ ਗੁਰੂ ਦਾ ਭੇਟੇ ਮਿਲਾਪ ਨਹੀਂ ਨਾ ਹੁੰਦਾ, ਨਹੀਂ ਮਿਲਦਾ ਸੱਚੇ ਗੁਰੂ ਜੀ ਦੇ ਨਾਲ, ਉਹਨਾਂ ਚਿਰ ਕੋਈ ਮੁਕਤ ਨਹੀਂ ਹੋ ਸਕਦਾ। ਬੰਧਨ ਨਹੀਂ ਕੱਟੇ ਜਾ ਸਕਦੇ। ਔਗਣਾਂ ਦੇ, ਪਾਪਾਂ ਦੇ, ਵਿਕਾਰਾਂ ਦੇ, ਝੂਠ ਨਿੰਦਿਆ ਚੁਗਲੀ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਇਹ ਬੰਧਨ ਨਹੀਂ ਕੱਟੇ ਜਾ ਸਕਦੇ। ਜੰਮਣਾ ਮਰਨਾ ਨਹੀਂ ਮੁੱਕ ਸਕਦਾ। 84 ਦਾ ਗੇੜਾ ਨਹੀਂ ਮੁੱਕ ਸਕਦਾ। ਨਰਕਾਂ ਤੋਂ ਖਹਿੜਾ ਨਹੀਂ ਛੁੱਟ ਸਕਦਾ।
ਮੁਕਤੀ ਨਹੀਂ ਹੋ ਸਕਦੀ। ਮੁਕਤੀ ਕੀ ਹੈ? ਔਗੁਣਾ ਦਾ ਨਿਵਰਤ ਹੋ ਜਾਣਾ, ਉਸਤਤ ਨਿੰਦਾ ਦਾ ਤਿਆਗ ਕਰ ਦੇਣਾ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ। ਉਹ ਨਿਰਵਾਣ ਪਦਵੀ ਨੂੰ ਮੁਕਤੀ ਆਖਿਆ, ਜਿਸ ਨੂੰ ਮਾਰੇ ਕਹਿੰਦੇ ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਪਾਰੇ ਮੁਕਤੀ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਕੋਈ ਵੀ ਮੁਕਤ ਨਹੀਂ ਹੋ ਸਕਦਾ ਜਿੰਨਾ ਚਿਰ ਪੂਰੇ ਸਤਿਗੁਰਾਂ ਦੇ ਨਾਲ ਨਹੀਂ ਮਿਲਦਾ ਹੈ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ। ਬਿਨਾਂ ਸਤਿਗੁਰੂ ਜੀ ਦੇ ਮਿਲਾਪ ਤੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਪਾਇਆ ਜਾ ਸਕਦਾ, ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ। ਬਿਨਾਂ ਸਤਿਗੁਰੂ ਜੀ ਦੇ ਮਿਲਾਪ ਤੋਂ ਵੱਡਾ ਦੁੱਖ ਪਾਉਂਦਾ ਜੀ। ਵੱਡਾ ਦੁੱਖ ਕਿਹੜਾ? ਜੰਮਣ ਮਰਨ ਦਾ। ਸੰਸਾਰ ਨੇ ਮਰਨ ਦੇ ਦੁੱਖ ਨੂੰ ਤਾਂ ਵੱਡਾ ਦੁੱਖ ਮੰਨਿਆ, ਜਦੋਂ ਕਿ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਸ ਵੇਲੇ ਰੁਦਨ ਕੀਤਾ ਜਾਂਦਾ, ਪਰ ਜਨਮ ਵੇਲੇ ਤਾਂ ਖੁਸ਼ੀਆਂ ਮਨਾਈਆਂ ਜਾਂਦੀਆਂ, ਵਧਾਈਆਂ ਦਿੱਤੀਆਂ ਜਾਂਦੀਆਂ। ਪਰ ਗੁਰਬਾਣੀ ਨੇ ਜਨਮ ਨੂੰ ਵੀ ਦੁੱਖ ਆਖਿਆ, ਇਕੱਲੇ ਮਰਨ ਨੂੰ ਦੁੱਖ ਨਹੀਂ ਆਖਿਆ। ਸੰਸਾਰ ਜਨਮ ਵੇਲੇ ਵਧਾਈਆਂ ਦਿੰਦਾ, ਵਾਜੇ ਵਜਾਉਂਦਾ, ਜਨਮੇ ਕੋ ਵਾਦੇ ਵਾਧਾਏ ਸੋਹਿ ਲੜੇ ਅਗਿਆਨੀ ਗਾਏ। ਪਰ ਗੁਰੂ ਸਾਹਿਬ ਜੀ ਨੇ ਆਖਿਆ ਜਨਮ ਵੀ ਦੁੱਖ ਹੈ, ਮਰਨ ਵੀ ਦੁੱਖ ਹੈ। ਜਨਮ ਤੋਂ ਪਹਿਲਾਂ ਕਿੰਨਾ ਸਮਾਂ ਪੁੱਠਾ ਲਟਕਦਾ ਗਰਭ ਦੇ ਵਿੱਚ, ਮੁਖ ਤਲੇ ਪੈਰ ਉੱਪਰੇ ਵਸੰਦੋ ਕੋਹ ਥੜੈ ਥਾਏ, ਕੋਝੇ ਥਾਂ ਤੇ ਉਹ ਦੁੱਖੀ ਤਾਂ ਹੈ। ਗੁਰੂ ਕਾ ਦਰਸ਼ਨ ਕਰਨ ਦੇ ਨਾਲ ਕੱਲਾ ਮਰਨ ਦਾ ਦੁੱਖ ਹੀ ਨਹੀਂ ਨਿਵਰਤ ਹੁੰਦਾ, ਜਨਮ ਦਾ ਦੁੱਖ ਵੀ ਨਿਵਰਤ ਹੁੰਦਾ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਸ ਕਰਕੇ ਜਿਹੜਾ ਜਨਮ ਤੇ ਮਰਨ ਦਾ ਵੱਡਾ ਦੁੱਖ ਹੈ, ਅਗਿਆਨ ਦਾ ਵੱਡਾ ਦੁੱਖ ਹੈ, ਇਹ ਬਿਨਾਂ ਸਤਿਗੁਰੂ ਜੀ ਦੇ ਨਾਲ ਮਿਲਾਪ ਤੋਂ ਜਿੰਨਾ ਚਿਰ ਸਤਿਗੁਰੂ ਨਹੀਂ ਭੇਟੇ ਮਿਲਦੇ ਉਹਨਾਂ ਚਿਰ ਮਹਾ ਦੁੱਖ ਪਾਏ। ਵੱਡਾ ਦੁੱਖ ਪਾਉਂਦਾ, ਨਰਕਾਂ ਦਾ, 84 ਲੱਖ ਜੂਨਾਂ ਦਾ, ਅਗਿਆਨ ਦਾ, ਜੰਮਣ ਮਰਨ ਦਾ ਦੁੱਖ ਪਾਉਂਦਾ ਹੈ। ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ। ਬਿਨਾਂ ਸਤਿਗੁਰੂ ਜੀ ਦੇ ਮਿਲਾਪ ਤੋਂ ਭੇਟੇ ਨਾਮ ਮਿਲਣ ਦਾ ਹੈ। ਸਤਿਗੁਰ ਨਾਮ ਪੂਰੇ ਗੁਰੂ ਦਾ ਹੈ। ਸੱਚੇ ਗੁਰੂ ਜੀ ਦੇ ਮਿਲਾਪ ਤੋਂ ਬਿਨਾ ਮਹਾ ਗਰਭ, ਬਹੁਤ ਵੱਡਾ ਇਹਨੂੰ ਹੰਕਾਰ ਹੋ ਜਾਂਦਾ। ਸਿੱਧਾਂ ਨੂੰ ਵੀ ਰਿੱਧੀਆਂ ਸਿੱਧੀਆਂ ਦਾ ਹੰਕਾਰ ਸੀ। ਮਹਾਰਾਜ ਕਹਿੰਦੇ ਜਿੰਨਾ ਚਿਰ ਪੂਰੇ ਗੁਰੂ ਨਹੀਂ ਮਿਲਦੇ ਉਹਨਾਂ ਚਿਰ ਸਿੱਧੋ ਫਿਰ ਵੱਡੇ ਹੰਕਾਰ ਵਿੱਚ ਹੀ ਜਿਉਂਦਾ ਹੈ। ਦੇਹ ਦਾ ਵੀ ਹੰਕਾਰ, ਗੁਣਾਂ ਦਾ ਵੀ ਹੰਕਾਰ, ਤੁਹਾਨੂੰ ਰਿੱਧੀਆਂ ਸਿੱਧੀਆਂ ਦਾ ਹੰਕਾਰ। ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦਾ ਗਿਆਨ ਦਾ, ਬੁੱਧੀ ਦਾ। ਇਹ ਮਹਾਗਰਭ ਵੱਡਾ ਹੰਕਾਰ ਤੇ ਮਹਾ ਗੁਬਾਰ, ਗੁਬਾਰ ਨਾਮ ਹਨੇਰੇ ਦਾ ਹੈ। ਵੱਡੇ ਹੰਕਾਰ ਦੇ ਵਿੱਚ ਰਹਿੰਦਾ ਜੀ, ਵੱਡੇ ਹੀ ਹਨੇਰੇ ਵਿੱਚ ਰਹਿੰਦਾ। ਅਗਿਆਨਤਾ ਦਾ ਜਿਹੜਾ ਘੋਪਾ ਹਨੇਰਾ, ਜਿਸ ਹਨੇਰੇ ਨੂੰ ਨਾ ਸੂਰਜ ਦੂਰ ਕਰ ਸਕੇ ਨਾ ਚੰਦਰਮਾ ਦੂਰ ਕਰ ਸਕੇ। ਭਾਵੇਂ 100 ਚੰਦ ਚੜ ਜਾਵੇ, ਭਾਵੇਂ 1000 ਸੂਰਜ ਪ੍ਰਕਾਸ਼ ਕਰਨ ਲੱਗ ਪਵੇ, ਪਰ ਉਹ ਬਾਹਰ ਚਾਨਣਾ ਕਰੇਗਾ, ਅੰਦਰ ਦੇ ਗੁਬਾਰ ਨੂੰ ਦੂਰ ਨਹੀਂ ਕਰ ਸਕਦਾ, ਅੰਦਰ ਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ। ਜੇ 100 ਚੰਦਾ ਯੁਗ ਵਹਿ ਸੂਰਜ ਚੜ੍ਹੈ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਭੋਰ ਅੰਧਾਰ। ਗੁਰੂ ਤੋਂ ਬਿਨਾ ਘੁੱਪ ਹਨੇਰਾ, ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ। ਇਹ ਸਿੱਧੋ ਪੂਰੇ ਸਤਿਗੁਰਾਂ ਦੇ ਮਿਲਾਪ ਤੋਂ ਬਿਨਾ ਵੱਡਾ ਹੀ ਹੰਕਾਰ ਜੀਵ ਦੇ ਵਿੱਚ ਆਉਂਦਾ ਹੈ। ਬਹੁਤ ਵੱਡਾ ਹੰਕਾਰੀ ਹੋ ਜਾਂਦਾ ਹੈ ਤੇ ਬਹੁਤ ਵੱਡੇ ਹਨੇਰੇ ਵਿੱਚ ਰਹਿੰਦਾ ਹੈ। ਨਾਨਕ ਬਿਨ ਗੁਰ ਹੋਆ ਜਨਮ ਹਾਰ। ਮਹਾਰਾਜ ਕਹਿੰਦੇ ਬਿਨਾਂ ਗੁਰੂ ਸਾਹਿਬ ਦੇ ਉਪਦੇਸ਼ ਤੋਂ ਹੀ ਜੀਵ ਮਰ ਜਾਂਦਾ ਹੈ, ਆਪਣੇ ਜਨਮ ਨੂੰ ਹਾਰ ਕੇ ਚਲੇ ਜਾਂਦਾ ਹੈ, ਜਿਉਂਦਿਆਂ ਹੀ ਮਰ ਜਾਂਦਾ। ਸਵਾਸ ਚੱਲਦੇ ਹੁੰਦੇ ਆ ਪਰ ਅੰਦਰੋਂ ਮੌਤ ਹੋ ਜਾਂਦੀ। ਖਾਂਦਾ ਪੀਂਦਾ ਉਤਨਾ ਤੁਰਿਆ ਫਿਰਦਾ ਵੀ, ਹੱਸਦਾ ਖੇਡਦਾ ਵੀ, ਪਰ ਮਰਿਆ ਹੀ ਸਭ ਕੁਝ ਕਰੀ ਜਾਂਦਾ।
ਮਹਾਰਾਜ ਉਹ ਕਿਹੜੀ ਮੌਤ ਆ ਵੀ ਇਹ ਖਾਂਦਾ ਪੀਂਦਾ ਵੀ ਹੈ, ਹੱਸਦਾ ਖੇਡਦਾ ਵੀ ਹੈ, ਤੁਰਿਆ ਫਿਰਦਾ ਵੀ ਹੈ, ਪਰ ਫਿਰ ਵੀ ਮਰਿਆ। ਕਹਿੰਦੇ ਜਦੋਂ ਪਰਮੇਸ਼ਰ ਭੁੱਲ ਜਾਵੇ ਨਾ, ਉਦੋਂ ਭਾਵੇਂ ਖਾਈ ਪੀ ਵੀ ਜਾਵੇ, ਤੁਰਦਾ ਫਿਰਦਾ ਵੀ ਹੋਵੇ, ਜਦੋਂ ਪਰਮੇਸ਼ਰ ਭੁੱਲ ਗਿਆ ਜਾਣੋ ਮੌਤ ਹੋ ਗਈ। ਸਰੀਰ ਕਰਕੇ ਜਿਉਂਦਾ, ਸਵਾਸ ਕਰਕੇ ਜਿਉਂਦਾ ਹੈ, ਪਰ ਅੰਦਰੋਂ ਆਤਮਿਕ ਮੌਤ ਹੋ ਗਈ, ਅੰਦਰੋਂ ਮੁਰਦਾ ਹੋ ਗਿਆ। ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਸੰਸਾਰੀ ਹਸਪਤਾਲ ਵਿੱਚ ਉਸ ਵੇਲੇ ਮੁਰਦਾ ਘੋਸ਼ਿਤ ਕਰਦੇ ਜਦੋਂ ਸਵਾਸ ਬੰਦ ਹੋ ਜਾਣ, ਪਰ ਧਾਰਮਿਕ ਮੰਡਲ ਦੇ ਵਿੱਚ ਜਦੋਂ ਪਰਮੇਸ਼ਰ ਦੀ ਪ੍ਰੀਤ ਟੁੱਟ ਜਾਵੇ, ਪ੍ਰੀਤ ਨਾ ਰਵੇ, ਉਦੋਂ ਕਿਹਾ ਜਾਂਦਾ ਕਿ ਇਹ ਮੁਰਦਾ ਹੋ ਗਿਆ। ਇਹ ਸੰਸਾਰੀ ਤਲ ਤੇ ਜਿਉਂਦਾ ਹੈ, ਪਰ ਧਾਰਮਿਕ ਤਲ ਤੇ ਮਰਿਆ ਹੋਇਆ ਹੈ, ਮੁਰਦਾ ਹੀ ਤੁਰਿਆ ਫਿਰਦਾ ਹੈ। ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜੇ ਭਗਵੰਤ ਦੀ ਪ੍ਰੀਤ ਨਹੀਂ ਤਾਂ ਫਿਰ ਨਾਨਕ ਬਿਨ ਗੁਰ ਮੋਆ, ਬਿਨਾ ਗੁਰੂ ਤੋਂ ਜੇ ਗੁਰੂ ਵਾਲਾ ਨਹੀਂ ਬਣਿਆ ਨਾ ਮਨੁੱਖਾ ਜਨਮ ਦੇ ਵਿੱਚ, ਜਾਣੋ ਕਿ ਆਪਣਾ ਜੀਵਨ ਬਤੀਤ ਕਰਕੇ ਮਰ ਗਿਆ, ਆਪਣਾ ਜਨਮ ਹਾਰ ਕੇ ਚਲੇ ਗਿਆ। ਗੁਰਮੁਖ ਮਨ ਜੀਤਾ ਹਉਮੈ ਮਾਰ। ਗੁਰਮੁਖਾਂ ਨੇ ਮਨ ਨੂੰ ਜਿੱਤ ਲਿਆ ਗੁਰੂ ਕੇ ਉਪਦੇਸ਼ ਦੁਆਰਾ। ਮਨ ਜੀਤੇ ਜਗ ਜੀ, ਜਾਣੋ ਕਿ ਮਨ ਨੂੰ ਜਿੱਤਣਾ ਹੀ ਜਗ ਨੂੰ ਜਿੱਤਣਾ। ਹਉਮੈ ਨੂੰ ਮਾਰ ਦਿੱਤਾ ਗੁਰਮੁਖਾਂ ਨੇ, ਇਸ ਕਰਕੇ ਗੁਰਮੁਖਾਂ ਨੇ ਮਨ ਨੂੰ ਜਿੱਤ ਲੈਣਾ ਕੀਤਾ। ਗੁਰਮੁਖ ਸਾਚ ਰੱਖਿਆ ਪੁਰ ਧਾਰ। ਸਿੱਧੋ ਗੁਰਮੁਖ ਹੋ ਹੈ ਗੁਰੂ ਕੇ ਉਪਦੇਸ਼ ਦਾ ਧਾਰਨੀ, ਜਿਸ ਨੇ ਸੱਚ ਨੂੰ ਰੱਖਿਆ ਹੈ ਆਪਣੇ, ਔਰ ਕਹੀਏ ਹਿਰਦੇ ਵਿੱਚ ਧਾਰਨ ਕਰਕੇ, ਆਪਣੇ ਹਿਰਦੇ ਵਿੱਚ ਸੱਚ ਨੂੰ ਧਾਰਨ ਕੀਤਾ, ਸੱਚੇ ਨਾਮ ਨੂੰ। ਗੁਰਮੁਖ ਜਗ ਜੀਤਾ ਜਮ ਕਾਲ ਮਾਰ ਪਿਦਾਰ। ਗੁਰਮੁਖਾਂ ਨੇ ਜਗ ਨੂੰ ਜਿੱਤ ਲਿਆ। ਗੁਰਮੁਖਾਂ ਨੇ ਆਪਣੇ ਮਨ ਨੂੰ ਜਿਹੜਾ ਜਿੱਤਿਆ ਨਾ, ਇਹ ਜਾਣੋ ਕਿ ਜਗ ਨੂੰ ਹੀ ਜਿੱਤ ਲਿਆ। ਉਹਨਾਂ ਨੂੰ ਜਗ ਦੀ ਪਰਵਾਹ ਹੀ ਕੋਈ ਨਹੀਂ। ਕੋਈ ਬੁਰਾ ਕਹੀ ਜਾਵੇ, ਕੋਈ ਭਲਾ ਕਹੀ ਜਾਵੇ, ਕੋਈ ਉਸਤਤੀ ਕਰੀ ਜਾਵੇ, ਕੋਈ ਨਿੰਦਿਆ ਕਰੀ ਜਾਵੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਿੰਦਾਓ ਨਿੰਦਾਓ ਮੋਕੋ ਲੋਗ ਨਿੰਦਾਓ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹਨਾਂ ਨੂੰ ਨਾ ਨਿੰਦਿਆ ਦੇ ਪ੍ਰਵਾਹ, ਉਹਨਾਂ ਨੇ ਜਗ ਨੂੰ ਜਿੱਤ ਲਿਆ। ਕਿਉਂ? ਕਿਉਂਕਿ ਉਹਨਾਂ ਨੇ ਆਪਣਾ ਮਨ ਜਿੱਤ ਲਿਆ। ਗੱਲ ਤੇ ਮਨ ਦੀ ਹੈ ਨਾ। ਜਦੋਂ ਬੰਦੇ ਦੀ ਉਸਤਤੀ ਹੋਣ ਲੱਗ ਪੈਂਦੀ ਹੈ ਤੇ ਮਨ ਛਾਲਾ ਮਾਰਦਾ ਵੀ ਬੱਲੇ ਬੱਲੇ, ਆਪਣੀ ਹੁਣ ਉਸਤਤੀ ਹੁੰਦੀ ਵੀ। ਤੇ ਜਦੋਂ ਨਿੰਦਿਆ ਹੋਣ ਲੱਗ ਪਵੇ ਤੇ ਮਨ ਜਿਹੜਾ ਵਾ ਉਹ ਘਬਰਾ ਜੇ ਜਾਂਦਾ, ਘਬਰਾਹਟ ਵਿੱਚ ਆ ਜਾਂਦਾ ਵੀ ਆਪਣੀ ਹੁਣ ਨਿੰਦਿਆ ਹੋਣ ਲੱਗ ਪਈ। ਪਰ ਜਿਹੜੇ ਗੁਰਮੁਖ ਵਾ ਉਹ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦਿਆਂ ਹੋਇਆਂ ਨਾ ਉਸਤਤੀ ਦੀ ਉਹਨਾਂ ਨੂੰ ਕੋਈ ਇੱਛਾ ਤੇ ਨਾ ਨਿੰਦਿਆ ਦੀ ਪ੍ਰਵਾਹ। ਇਸ ਕਰਕੇ ਉਹਨਾਂ ਨੇ ਜਗ ਨੂੰ ਹੀ ਜਿੱਤ ਲਿਆ। ਜਾਣੋ ਗੁਰਮੁਖਾਂ ਨੇ ਜਗ ਨੂੰ ਜਿੱਤ ਲਿਆ, ਭਾਵ ਆਪਣੀ ਜੀਵਨ ਦੀ ਬਾਜੀ ਜਿੱਤ ਲਈ। ਜਮਕਾਲ ਮਾਰ ਬਿਦਾਰ, ਜਮਕਾਲ ਨੂੰ ਵੀ ਉਹਨਾਂ ਨੇ ਮਾਰ ਕੇ ਨਾ ਬਿਦਾਰ ਦਿੱਤਾ, ਪਰ ਇਹ ਸੁੱਟ ਦਿੱਤਾ ਹੈ ਜਮਕਾਲ ਨੂੰ। ਜਿਹੜਾ ਜਮਦੂਤ ਹੈ, ਜਮਕਾਲ ਹੈ, ਮਾਰਨ ਵਾਲਾ ਹੈ, ਉਹਦਾ ਵੀ ਕੋਈ ਡਰ ਨਹੀਂ। ਉਹਨਾਂ ਨੂੰ ਵੀ ਉਹਨਾਂ ਪਛਾੜ ਦਿੱਤਾ ਹੈ, ਮਾਰ ਕੇ ਬਿਦਾਰ ਦਿੱਤਾ, ਭਜਾ ਦਿੱਤਾ ਹੈ। ਗੁਰਮੁਖ ਦਰਗਹਿ ਨਾ ਆਵੈ ਹਾਰ। ਇਸ ਕਰਕੇ ਗੁਰਮੁਖਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਕਦੇ ਵੀ ਹਾਰ ਨਹੀਂ ਆਉਂਦੀ ਹੈ। ਉਹਨਾਂ ਨੇ ਆਪਣਾ ਜੀਵਨ ਜਿੱਤ ਲਿਆ। ਜਿਸ ਮਕਸਦ ਵਾਸਤੇ ਆਏ ਸੀ ਉਹ ਪੂਰਾ ਹੋ ਗਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪੇੜ ਮੱਲਿਆ। ਗੁਰਮੁਖ ਮੇਲ ਮਿਲਾਏ ਸੋ ਜਾਣੈ। ਇਹ ਸਿੱਧੋ ਗੁਰਮੁਖ ਉਹ ਹੈ ਜਿਸ ਨੂੰ ਗੁਰੂ ਸਾਹਿਬ ਜੀ ਆਪਣੇ ਸ਼ਬਦ ਦੇ ਮੇਲ ਵਿੱਚ ਮਿਲਾ ਲੈਂਦੇ, ਸਤ ਸੰਗਤ ਦੇ ਮੇਲ ਵਿੱਚ ਮਿਲਾ ਲੈਂਦੇ ਆ। ਉਹ ਗੁਰਮੁਖ ਫਿਰ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਾਣਦਾ ਹੈ। ਨਾਨਕ ਗੁਰਮੁਖ ਸਬਦ ਪਛਾਣੈ। ਇਹ ਸਿੱਧੋ ਗੁਰਮੁਖ ਉਹ ਹੈ ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜਦਾ ਹੈ, ਸ਼ਬਦ ਵਿੱਚ ਲੀਨ ਹੋ ਕਰਕੇ ਪ੍ਰਭੂ ਨੂੰ ਪਛਾਣ ਲੈਂਦਾ ਹੈ। ਸਮਾਪਤੀ ਆਪਾਂ ਕਰ ਦੇਣੀ ਹੈ, ਸਾਰੀਆਂ ਪੌੜੀਆਂ ਹੀ ਕਰਨੀਆਂ ਹਨ। ਇਸ ਕਰਕੇ ਨਿੱਕੀ ਜੀ ਚਾਰ ਰੱਖ ਕੇ ਤੁਰੇ ਚੱਲ ਗਏ। ਸਭ ਦੇ ਗਾਨ ਮੇੜਾ ਸੁਣ ਤੋ ਆਉ। ਮਹਾਰਾਜ ਕਹਿੰਦੇ ਭਾਈ ਸਿੱਧੋ ਸ਼ਬਦ ਦਾ ਨਵੇੜਾ ਸੁਣੋ। ਹੁਣ ਨਵੇੜਾ ਕਰ ਦਈਏ। ਸ਼ਬਦ ਹੈ ਕਾ ਨਵੇੜਾ ਸੁਣ ਤੋ ਔਦੂ, ਔਦੂ ਹੈ ਅਵਧੂਤ। ਸਿੱਧੋ ਤਿਆਗਿਓ, ਸ਼ਬਦ ਨਾਮ ਸੰਸਾਰ ਦਾ ਵੀ ਹੈ, ਸ਼ਬਦ ਨਾਮ ਵੇਦ ਦਾ ਵੀ ਹੈ, ਗਿਆਨ ਦਾ ਵੀ ਹੈ, ਸ਼ਬਦ ਨਾਮ ਬ੍ਰਹਮ ਦਾ ਵੀ ਹੈ। ਸੰਸਾਰ ਦੇ ਵਿੱਚ
ਅਸਲ ਨਵੇੜੇ ਵਾਲੀ ਗੱਲ ਕਿਹੜੀ ਹੈ? ਵੇਦਾਂ ਵਿੱਚ ਨਵੇੜੇ ਵਾਲੀ ਗੱਲ ਕਿਹੜੀ ਹੈ? ਇਸ ਕਰਕੇ ਹੇ ਸਿੱਧੋ, ਇਹ ਸ਼ਬਦ ਦਾ ਨਵੇੜਾ ਜਿਹੜਾ ਹੈ ਇਹ ਅਵਧੂਤ ਸਾਧੂ ਸੁਣਨਾ ਕਰ। ਜਿਨ ਨਾਵੈ ਜੋਗ ਨਾ ਹੋਈ। ਉਹ ਇਹ ਹੈ ਕਿ ਨਾਮ ਜਪੇ ਤੋਂ ਬਿਨਾ, ਨਾਮ ਨਾਲ ਜੁੜਿਆਂ ਤੋਂ ਬਿਨਾ ਜੋਗ ਪ੍ਰਾਪਤ ਨਹੀਂ ਹੋ ਸਕਦਾ, ਕੋਈ ਜੋਗੀ ਨਹੀਂ ਬਣ ਸਕਦਾ। ਇਹ ਹੈ ਨਵੇੜਾ ਵੀ ਨਾਮ ਨਾਲ ਜੁੜੇਗਾ ਤੇ ਫੇਰ ਹੀ ਜੋਗ ਪੂਰਾ ਹੋਵੇਗਾ। ਨਾਮ ਨਾਲ ਜੁੜਨਾ ਹੀ ਜੋਗੀ ਬਣਨਾ ਹੈ, ਬਿਨਾ ਨਾਮ ਤੋਂ ਜੋਗ ਨਹੀਂ ਪ੍ਰਾਪਤ ਹੋ ਸਕਦਾ। ਨਾਮੇ ਰਾਤੇ ਅਣ ਦਿਨ ਮਾਤੇ। ਜੋ ਨਾਮ ਨਾਲ ਰੰਗੇ ਗਏ ਉਹ ਦਿਨੇ ਰਾਤ ਮਸਤ ਹੋ ਜਾਂਦੇ ਹਨ। ਨਾਮੇ ਤੇ ਸੁਖ ਹੋਈ। ਨਾਮ ਦੇ ਨਾਲ ਜੁੜਿਆ ਹੀ ਫਿਰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਨਾਮੇ ਹੀ ਤੇ ਸਭ ਪ੍ਰਗਟ ਹੋਵੇ। ਨਾਮ ਨਾਲ ਜੁੜਿਆ ਹੀ ਸਾਰਾ ਖਜ਼ਾਨਾ ਪ੍ਰਗਟ ਹੋ ਜਾਂਦਾ ਹੈ। ਉਹ ਖਜ਼ਾਨਾ ਅੰਦਰ ਹੀ ਹੈ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ। ਜਦੋਂ ਨਾਮ ਨਾਲ ਜੁੜਿਆ ਨਾ ਤੇ ਫਿਰ ਅੰਦਰੋਂ ਹੀ ਖਜ਼ਾਨਾ ਪ੍ਰਾਪਤ ਹੋ ਗਿਆ, ਹੀਰੇ ਮੋਤੀ ਪ੍ਰਾਪਤ ਹੋ ਗਏ। ਸ਼ੁਭ ਗੁਣ ਜਿਹੜੇ ਉਹ ਪ੍ਰਗਟ ਹੋ ਜਾਂਦੇ, ਨਾਮ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਨਾਮੇ ਸੋਝੀ ਪਾਈ। ਨਾਮ ਨਾਲ ਜੁੜਿਆ ਹੀ ਜਿਹੜੇ ਨਾਮ ਨਾਲ ਜੁੜ ਗਏ ਉਹਨਾਂ ਸੋਝੀ ਪ੍ਰਾਪਤ ਕਰ ਲਈ, ਆਪਣੀ ਆਤਮਾ ਦੀ ਸੋਝੀ, ਪ੍ਰਮਾਤਮਾ ਦੀ ਸੋਝੀ, ਤੇ ਸਾਰੀ ਤਿੰਨਾਂ ਭਵਨਾਂ ਦੀ ਉਹਨਾਂ ਨੂੰ ਸੋਝੀ ਹੋ ਗਈ। ਜਿਨ ਨਾਮੇ ਭੇਖ ਕਰਹਿ ਬਹੁ ਤੇਰੇ। ਜਿਹੜੇ ਜੀਵ ਨਾਮ ਨਹੀਂ ਨਾ ਜਪਦੇ ਸਿੱਧੋ, ਉਂਝ ਭਾਵੇਂ ਅਨੇਕ ਪ੍ਰਕਾਰ ਦੇ ਬਹੁਤੇਰੇ ਕਹੀਏ, ਬਹੁਤੇ ਭੇਖ ਕਰਦੇ, ਸਰੀਰ ਉੱਤੇ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਲਿਬਾਸ ਧਾਰਨ ਕਰਦੇ ਹਨ। ਸੱਚੇ ਆਪ ਖੁਆਈ। ਸੱਚਾ ਪਰਮੇਸ਼ਰ ਨੇ ਉਹਨਾਂ ਨੂੰ ਆਪ ਹੀ ਖੁਆਰ ਕਰ ਦਿੱਤਾ ਹੈ, ਆਪ ਹੀ ਉਹਨਾਂ ਨੂੰ ਖੁਆਈ ਆਪਣੇ ਵੱਲੋਂ ਭੁਲਾ ਦਿੱਤਾ। ਉਹ ਸੱਚੇ ਵੱਲੋਂ ਹੀ ਉਹ ਖੁਆਰ ਕੀਤੇ ਹੋਏ ਆ, ਜਿਹੜੇ ਨਾਮ ਨਹੀਂ ਜਪਦੇ, ਸਿਰਫ ਭੇਖ ਹੀ ਧਾਰਨ ਕੀਤਾ ਹੋਇਆ। ਕਿਸੇ ਵੀ ਮਤ ਮਤੰਤਰ ਦਾ ਭੇਖ ਦਾ ਹੀ ਸਿਰਫ ਧਾਰਨ ਕੀਤਾ ਹੋਇਆ, ਲਿਬਾਸ ਹੀ ਬਸਤਰ ਹੀ ਪਹਿਨੇ ਹੋਏ ਆ। ਉਸ ਸੱਚ ਨਾਲ, ਉਪਦੇਸ਼ ਨਾਲ ਜੋ ਨਹੀਂ ਜੁੜੇ, ਜਾਣੋ ਕਿ ਸੱਚ ਨੇ ਆਪ ਹੀ ਉਹਨਾਂ ਨੂੰ ਪਰੇ ਕਰ ਦਿੱਤਾ ਹੈ। ਸਤਿਗੁਰ ਦੇ ਨਾਮ ਪਾਈਐ ਅਵਧੂਤ। ਹੇ ਅਵਧੂਤ, ਤਿਆਗੀ ਜੋਗੀ ਸੱਚੇ ਗੁਰੂ ਜੀ ਦੀ ਸ਼ਰਨ ਵਿੱਚ ਪੈ ਕਰਕੇ ਨਾਮ ਪਾਇਆ ਜਾਂਦਾ ਹੈ। ਜੋਗ ਜੁਗਤ ਤਾ ਹੋਈ। ਜੋਗ ਜੁੜਨ ਦੀ ਜੁਗਤੀ ਤਾਂ ਪ੍ਰਾਪਤ ਹੁੰਦੀ ਹੈ, ਤਾਂ ਪਰਮੇਸ਼ਰ ਨਾਲ ਜੁੜਿਆ ਜਾਂਦਾ ਹੈ, ਜਦੋਂ ਸਤਿਗੁਰੂ ਜੀ ਦੇ ਪਾਸੋਂ ਨਾਮ ਦੀ ਦਾਤ ਮਿਲ ਜਾਵੇ। ਕਰ ਵਿਚਾਰ ਮਨ ਦੇਖੋ ਨਾਨਕ। ਇਸ ਕਰਕੇ ਹੇ ਸਿੱਧੂ, ਆਪਣੇ ਮਨਾਂ ਵਿੱਚ ਵਿਚਾਰ ਕਰਕੇ ਵੇਖ ਲਵੋ, ਚੰਗੀ ਤਰ੍ਹਾਂ ਨਿਰਣਾ ਕਰਕੇ ਵੇਖ ਲਵੋ। ਜਿਨ ਨਾਮੈ ਮੁਕਤ ਨਾ ਹੋਈ। ਬਿਨਾਂ ਨਾਮ ਤੋਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਜਿੰਨਾ ਚਿਰ ਜੀਵ ਨਾਮ ਨਹੀਂ ਜਪਦਾ, ਨਾਮ ਹਿਰਦੇ ਨਹੀਂ ਵਸਾਉਂਦਾ, ਉਹਨਾਂ ਚਿਹਰੇ ਬੰਧਨ ਨਹੀਂ ਇਸ ਦੇ ਕੱਟੇ ਜਾ ਸਕਦੇ। ਤੇਰੀ ਗਤ ਮਿਤ ਤੂੰ ਹੈ ਜਾਣ ਹੈ। ਇਸ ਕਰਕੇ ਸਿੱਧੋ ਪਰਮੇਸ਼ਰ ਵਾਹਿਗੁਰੂ ਅੱਗੇ ਇਸ ਤਰ੍ਹਾਂ ਹੀ ਬੇਨਤੀ ਕਰਨੀ ਚਾਹੀਦੀ, ਨਿਮਰਤਾ ਦੇ ਨਾਲ ਨਾਮ ਜਪਦਿਆਂ ਹੋਇਆਂ, ਕਿ ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ, ਤੇਰੀ ਜੋ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਹੈ, ਉਸ ਗਤ ਮਿਤ ਨੂੰ ਤੂੰ ਆਪ ਹੀ ਜਾਣਦਾ ਹੈ। ਜਾਕੋ ਆਖ ਵਖਾਣ। ਕੀ ਕੋਈ ਆਖ ਕਰਕੇ, ਬੋਲ ਕਰਕੇ, ਕਥਨ ਕਰਕੇ ਵਿਆਖਿਆ ਕਰ ਸਕਦਾ? ਕੋਈ ਨਹੀਂ ਵਿਆਖਿਆ ਕਰ ਸਕਦਾ। ਤੇਰੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਤੇਰੀ ਪ੍ਰਾਪਤੀ ਦੀ ਮਰਿਆਦਾ ਨੂੰ ਤੂੰ ਆਪ ਹੀ ਜਾਣਦਾ ਹੈ, ਜਾਂ ਉਹ ਜਾਣਦਾ ਜਿਸ ਨੂੰ ਤੂੰ ਜਣਾ ਦਿੰਦਾ। ਜਿਸ ਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਤੂੰ ਆਪੇ ਗੁਪਤਾ। ਤੂੰ ਆਪੇ ਗੁਪਤਾ ਆਪੇ ਪ੍ਰਗਟ। ਇਸ ਕਰਕੇ हे ਪ੍ਰਭੂ, ਤੂੰ ਆਪ ਹੀ ਗੁਪਤ ਹੈ, ਗੁਪਤਾ ਹੈ, ਤੇ ਆਪ ਹੀ ਪ੍ਰਗਟ ਹੈ। ਆਪ ਹੀ ਨਿਰਗੁਣ ਸਰੂਪ ਹੋ ਕਰਕੇ ਤੂੰ ਗੁਪਤ ਹੋ ਰਿਹਾ, ਤੇ ਆਪ ਹੀ ਸਰਗੁਣ ਰੂਪ ਹੋ ਕਰਕੇ ਤੂੰ ਪ੍ਰਗਟ ਹੋ ਰਿਹਾ। ਆਪ ਹੀ ਸਾਖਤਾਂ ਮਨਮੁਖਾਂ ਦੇ ਅੰਦਰ ਤੂੰ ਗੁਪਤ ਰੂਪ ਵਿੱਚ ਹੋ ਰਿਹਾ ਹੈ। ਰਹਿੰਦਾ ਉੱਥੇ ਵੀ ਹੈ ਪਰ ਉੱਥੇ ਗੁਪਤ ਹੈ। ਆਪ ਹੀ ਗੁਰਮੁਖਾਂ ਦੇ ਅੰਦਰ ਪ੍ਰਗਟ ਰੂਪ ਦੇ ਵਿੱਚ ਹੋ ਰਿਹਾ ਹੈ। ਤੂੰ ਆਪ ਹੀ ਗੁਪਤ ਹੈ ਤੇ ਆਪ ਹੀ ਪ੍ਰਗਟ ਹੈ। ਆਪੇ ਸਭ ਰੰਗ ਮਾਣੈ। ਤੇ ਆਪ ਹੀ ਸਾਰੇ ਰੰਗਾਂ ਨੂੰ ਤੂੰ ਮਾਨਣ ਵਾਲਾ ਹੈ। ਸਾਧਕ ਸਿੱਧ ਗੁਰੂ ਬਹੁ ਚੇਲੇ। ਮਹਾਰਾਜ ਕਹਿੰਦੇ ਸਾਧਕ ਸਾਧਨਾ ਕਰਨ ਵਾਲੇ, ਜਿਹੜੇ ਹਾਲੇ ਸਾਧਕ ਵਾ ਸਾਧਨਾ ਕਰ ਰਹੇ ਆ, ਸਿੱਧ ਜਿਨ੍ਹਾਂ ਨੇ ਸਾਧਨਾ ਕਰ ਲਈ ਹੈ, ਸਾਧਨਾ ਚ ਪੁੱਗ ਗਏ ਆ, ਉਹ ਸਿੱਧ ਬਣ ਗਏ, ਜਿਨ੍ਹਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ। ਬਹੁਤੇ ਗੁਰੂ ਤੇ ਬਹੁਤੇ ਚੇਲੇ।
ਸਿੱਧਾਂ ਵਿੱਚ ਵੀ ਗੁਰੂ ਕਹਾਉਂਦੇ, ਜਿਵੇਂ ਗੋਰਖਨਾਥ, ਮਸ਼ਿੰਦਰਨਾਥ, ਇਸੇ ਤਰ੍ਹਾਂ ਬਹੁਤੇ ਹੋਰ ਜਿਹੜੇ ਚੇਲੇ ਹਨ ਸਾਰੇ ਹੀ ਹੋ ਚਿਤ ਫਿਰੈ ਫੁਰਮਾਣੈ। ਉਹ ਸਾਰੇ ਖੋਜਦੇ ਫਿਰਦੇ ਆ ਤੇ ਫਰਮਾਨ ਹੈ ਕਿ ਪਰਮੇਸ਼ਰ ਦਾ ਜੋ ਫਰਮਾਨ ਹੈ ਉਸ ਨੂੰ ਮੰਨੀਏ ਤੇ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇ। ਉਹਦੇ ਫਰਮਾਨ ਨੂੰ ਖੋਜਦੇ ਫਿਰਦੇ, ਉਹਦੇ ਹੁਕਮ ਦੀ ਖੋਜ ਕਰਦੇ ਫਿਰਦੇ ਹਨ। ਵਾਕਹਿ ਨਾਮ ਪਾਏ ਇਹ ਨਾਨਕ। ਮੰਗਹਿ ਨਾਮ ਪਾਏ ਇਹ ਭਿਖਿਆ। ਮੰਗੈ ਨਾਮ ਪਾਏ ਇਹ ਭਿਖਿਆ। ਸੋ ਸਾਰੇ ਹੀ ਨਾਮ ਮੰਗਦੇ ਆ ਤੇ ਇਹ ਭਿਖਿਆ ਬੇਨਤੀ ਕਰਕੇ ਪਾਉਂਦੇ ਆ ਕਿ हे ਪ੍ਰਭੂ, ਅਸੀਂ ਤੇਰੇ ਨਾਮ ਦੀ ਭਿਖਿਆ ਮੰਗਦੇ, ਅਸੀਂ ਤੇਰੇ ਦਰ ਦੇ ਭਿਖਾਰੀ ਆ ਤੇ ਤੇਰੇ ਨਾਮ ਦੀ ਅਸੀਂ ਭਿਖਿਆ ਮੰਗਦੇ ਹਾਂ। ਤੇਰੇ ਦਰਸ਼ਨ ਕੋ ਕੁਰਬਾਨ। हे ਪ੍ਰਭੂ, ਤੇਰੇ ਦਰਸ਼ਨ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਅਬਿਨਾਸੀ ਪ੍ਰਭ ਖੇਲ ਰਚਾਇਆ। ਮਹਾਰਾਜ ਕਹਿੰਦੇ ਸਿੱਧੋ ਅਬਿਨਾਸੀ ਜੋ ਨਾਸ ਤੋਂ ਰਹਿਤ ਪਰਮੇਸ਼ਰ ਪ੍ਰਭੂ ਹੈ ਨਾ, ਉਹਨੇ ਹੀ ਸਾਰਾ ਇਹ ਖੇਲ ਸੰਸਾਰ ਦਾ ਰਚਾਇਆ ਹੋਇਆ ਹੈ। ਗੁਰਮੁਖ ਸੋਝੀ ਹੋਈ। ਪਰ ਇਸ ਖੇਲ ਦੀ ਸੋਝੀ ਗੁਰਮੁਖਾਂ ਨੂੰ ਹੋਈ ਜਿਹੜੇ ਗੁਰੂ ਕੀ ਸ਼ਰਨ ਵਿੱਚ ਪੈ ਗਏ। ਉਹਨਾਂ ਨੂੰ ਪਤਾ ਲੱਗਾ ਵੀ ਹੈ ਖੇਲ ਹੀ ਹੈ ਸਾਰਾ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਸਾਰਾ ਸੰਸਾਰ ਖੇਡੀ ਜਾਂਦਾ, ਕੋਈ ਕਿਸੇ ਰੰਗ ਵਿੱਚ ਖੇਡੀ ਜਾਂਦਾ, ਕੋਈ ਕਿਸੇ ਖੇਡ ਵਿੱਚ ਖੇਡੀ ਜਾਂਦਾ। ਸਾਰਿਆਂ ਨੂੰ ਆਰੇ ਲਾਇਆ ਹੋਇਆ ਖੇਡ ਦੇ ਵਿੱਚ, ਸਾਰੇ ਖੇਡਣ ਡਏ। ਇਸ ਕਰਕੇ ਸਾਰਾ ਸੰਸਾਰ ਹੀ ਖੇਡ ਹੈ। ਇਹ ਨਹੀਂ ਵੀ ਨਿੱਕੇ ਨਿੱਕੇ ਬੱਚੇ ਹੀ ਖੇਡਾਂ ਖੇਡਦੇ ਆ ਜਾਂ ਵੱਡੇ ਹੀ ਆ ਖੇਡਦੇ ਆ। ਅੱਜ ਕੱਲ ਖੇਡਾਂ ਤੇ ਇੱਕ ਦੇਸ਼ ਵਾਲੇ ਦੂਜੇ ਦੇਸ਼ ਨਾਲ ਵੀ ਜਾ ਕੇ ਖੇਡਾਂ ਖੇਡਦੇ ਆ ਨਾ, ਕਈ ਤਰ੍ਹਾਂ ਦੀਆਂ ਖੇਡਾਂ। ਪਰ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਖੇਡਣ ਡਿਆ ਵਾ ਇੱਥੇ। ਇਹ ਖੇਡ ਦੀ ਵੀ ਗੁਰਮੁਖਾਂ ਨੂੰ ਹੀ ਸੋਝੀ ਹੋਈ, ਸਮਝ ਪਈ ਜਿਹੜੇ ਗੁਰੂ ਕੀ ਸ਼ਰਨ ਵਿੱਚ ਪਏ ਸਿੱਧੋ। ਜਿਵੇਂ ਭੱਟ ਸਾਹਿਬਾਨਾਂ ਨੇ ਆਖਿਆ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਤਮਾਸ਼ਾ ਵੀ ਖੇਲ ਹੀ ਹੁੰਦਾ। ਇਹ ਵਾਹਿਗੁਰੂ ਦਾ ਰਚਿਆ ਹੋਇਆ ਇੱਕ ਤਮਾਸ਼ਾ ਵਾ ਸੰਸਾਰ। ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਆਪੇ ਹਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘਟ ਘਟ ਬਾਸਾ, ਆਪੇ ਨਾਰੇ ਆਪੇ ਫੁਣ ਨਾਰੀ, ਆਪੇ ਸਾਰੇ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਉਹ ਅਸਚਰਜ ਦਾ ਜਿਹਦੇ ਬਾਰੇ ਕੋਈ ਕਥਨ ਹੀ ਨਹੀਂ ਕੀਤਾ ਜਾ ਸਕਦਾ, ਜਿੱਥੇ ਬੋਲ ਬਾਣੀ ਸਭ ਸਮਾਪਤ ਹੋ ਜਾਂਦੀ, ਉਕਤੀ ਜੁਗਤੀ ਸਭ ਸਮਾਪਤ ਹੋ ਜਾਂਦੀ ਹੈ, ਉਸ ਵਾਹਿਗੁਰੂ ਦਾ ਅਸਚਰਜ ਸਰੂਪ ਦਾ, ਵਿਸਮਾਦ ਸਰੂਪ ਦਾ ਇਹ ਵੱਡਾ ਹੀ ਤਮਾਸ਼ਾ ਰਚਿਆ ਹੋਇਆ। ਇਹ ਗੁਰਮੁਖਾਂ ਨੂੰ ਸੋਝੀ ਹੁੰਦੀ ਹੈ ਇਸ ਅਬਿਨਾਸੀ ਪ੍ਰਭੂ ਦੇ ਰਚੇ ਹੋਏ ਸੰਸਾਰ ਰੂਪੀ ਖੇਲ ਦੀ। ਨਾਨਕ ਸਭ ਜੁਗ ਆਪੇ ਵਰਤੈ। ਗਰੀਬ ਨਵਾਜ ਸਾਹਿਬ ਕਹਿੰਦੇ ਸਾਰੇ ਯੁੱਗਾਂ ਵਿੱਚ ਉਹ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਦੂਜਾ ਅਮਰ ਨਾ ਕੋਈ। ਦੂਜਾ ਹੋਰ ਕੋਈ ਨਹੀਂ ਹੈ ਉਹਦੇ ਤੋਂ ਬਿਨਾਂ। ਉਹ ਪਰਮੇਸ਼ਰ ਆਪ ਹੀ ਸਾਰੇ ਯੁੱਗਾਂ ਵਿੱਚ, ਸਤਯੁਗ ਵਿੱਚ, ਤ੍ਰੇਤੇ ਵਿੱਚ, ਦੁਆਪੁਰ ਵਿੱਚ, ਕਲਯੁਗ ਵਿੱਚ ਉਹ ਆਪ ਹੀ ਵਰਤ ਰਿਹਾ। ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਇਸ ਅਖੀਰਲੀ ਪੌੜੀ ਦੇ ਦੂਸਰਾ ਅਰਥ ਵੀ ਹੈ। ਫਿਰ ਆਰੰਭ ਤੋਂ ਪੜ੍ਹੀਏ, ਤੇਰੀ ਗਤ ਮਿਤ ਤੂੰ ਹੈ ਜਾਣ ਹੈ। ਤੇਰੀ ਗਤ ਮਿਤ ਤੂੰ ਹੈ ਜਾਣ ਹੈ। ਪਹਿਲਾ ਅਰਥ ਤਾਂ ਜੋ ਸਤਿਗੁਰੂ ਸਾਹਿਬ ਜੀ ਨੇ ਸਿੱਧਾਂ ਨੂੰ ਦੱਸਿਆ ਕਿ ਪਰਮੇਸ਼ਰ ਦੀ ਗਤ ਮਿਤ ਉਹ ਆਪ ਹੀ ਜਾਣਦਾ ਹੈ। ਦੂਸਰੇ ਅਰਥ ਵਿੱਚ ਮਹਾਂਪੁਰਖ ਇਸ ਤਰ੍ਹਾਂ ਦੱਸਦੇ ਆ ਕਿ ਸਿੱਧਾਂ ਨੇ ਫਿਰ ਹੱਥ ਜੋੜ ਕੇ ਆਖਿਆ ਵੀ ਮਹਾਰਾਜ ਤੇਰੀ ਗਤ ਮਿਤ ਤੂੰ ਹੀ ਜਾਣਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇਰੀ ਗਤ ਮਿਤ ਜਿਹੜੀ ਹੈ ਨਾ ਉਹ ਤੁਸੀਂ ਆਪ ਹੀ ਤੁਸੀਂ ਜਾਣਦੇ ਹੋ। ਫਿਰ ਸਿੱਧਾਂ ਨੇ ਆਖਿਆ ਸੀ, ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਮਹਾਰਾਜ ਜਿਹੜੀ ਤੇਰੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਹੈ ਨਾ, ਤੇਰੀ ਸਾਨੂੰ ਸਮਝ ਨਹੀਂ ਆਉਂਦੀ। ਤੂੰ ਆਪਣੀ ਗਤ ਮਿਤ ਨੂੰ ਆਪ ਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾਣਦੇ ਹੋ। ਇਹ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਬਾਬਾ ਲਹਿਣਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸ ਰਹੇ ਵੀ ਸਿੱਧਾਂ ਨਾਲ ਸਾਡੀ ਇਸ ਤਰ੍ਹਾਂ ਗੋਸ਼ਟੀ ਹੋਈ ਸੀ, ਉਹਨਾਂ ਨੇ ਆਹ ਸਵਾਲ ਕੀਤੇ, ਆ ਅਸੀਂ ਜਵਾਬ ਦਿੱਤੇ। ਮਹਾਰਾਜ ਕਹਿੰਦੇ ਅਖੀਰ ਸਿੱਧਾਂ ਨੇ ਫਿਰ ਸਾਨੂੰ ਇਸ ਤਰ੍ਹਾਂ ਨਮਸਕਾਰਾਂ ਕੀਤੀਆਂ। ਸਿੱਧਾਂ ਨੇ ਆਖਿਆ ਵੀ ਮਹਾਰਾਜ ਸਤਿਗੁਰੂ ਜੀ ਆਪ ਜੀ ਦੀ ਵਡਿਆਈ ਵੱਡੀ ਹੈ, ਤੁਸੀਂ ਧੰਨ ਹੋ ਤੇ ਆਪ ਜੀ ਦੀ ਗਤ ਮਿਤ ਨੂੰ ਆਪ ਹੀ ਜਾਣਦੇ ਹੋ। ਮਹਾਰਾਜ ਅਸੀਂ ਕੀ ਆਖ ਕਰਕੇ ਕਥਨ ਕਰ ਸਕਦੇ ਹਾਂ, ਸਾਡੇ ਤੋਂ ਆਪ ਜੀ ਦੀ ਮਹਿਮਾ ਨਹੀਂ ਕਥਨ ਕੀਤੀ ਜਾ ਸਕਦੀ। ਤੂੰ ਆਪੇ ਗੁਪਤ ਆਪੇ ਪ੍ਰਗਟ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੁਸੀਂ ਆਪ ਹੀ ਗੁਪਤ ਹੋ ਜਾਂਦੇ ਹੋ ਤੇ ਆਪ ਹੀ ਪ੍ਰਗਟ ਹੋ ਜਾਂਦੇ ਹੋ। ਅਚਲ ਵਟਾਲੇ ਸਿੱਧਾਂ ਨੇ ਆਖਿਆ ਸੀ ਮਹਾਰਾਜ ਲੁਕਣ ਬੀਟੀ ਖੇਡੋ ਸਾਡੇ ਨਾਲ, ਅਸੀਂ ਲੁਕਦੇ ਆ ਤੇ ਤੁਸੀਂ ਸਾਨੂੰ ਲੱਭਿਓ।
ਫਿਰ ਤੁਸੀਂ ਲੁਕਿਓ ਤੇ ਅਸੀਂ ਲੱਭਾਂਗੇ। ਮਹਾਰਾਜ ਕਹਿੰਦੇ ਚਲੋ ਸਿੱਧੋ ਖੇਡ ਲਓ ਜੇ ਤੁਹਾਡੀ ਇੱਛਾ ਵਾ। ਇਹ 84 ਸਿੱਧ ਗੋਰਖਨਾਥ ਦੇ ਚੇਲੇ ਫਿਰ ਲੁਕ ਗਏ। ਕੋਈ ਕਿਸੇ ਪਾਸੇ ਨੂੰ, ਕੋਈ ਆਕਾਸ਼ ਵਿੱਚ ਉੱਡ ਗਿਆ, ਕੋਈ ਕਿਸੇ ਪਾਸੇ ਨੂੰ ਚਲੇ ਗਿਆ। ਰਿੱਧੀਆਂ ਸਿੱਧੀਆਂ ਸੀ ਨਾ ਇਹਨਾਂ ਦੇ ਪਾਸ, ਸ਼ਕਤੀਆਂ ਸੀ। ਸਿੱਧ ਹੋਵਾ ਸਿੱਧ ਲਾਈ ਰਿਤ ਆਖਾ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ। ਰਿੱਧੀਆਂ ਸਿੱਧੀਆਂ ਵਾਲਾ ਭਾਵੇਂ ਗੁਪਤ ਹੋ ਜਾਵੇ ਭਾਵੇਂ ਪ੍ਰਗਟ ਹੋ ਜਾਵੇ, ਜਿੱਥੇ ਮਰਜ਼ੀ ਚਲੇ ਜਾਵੇ। ਉਹਨਾਂ ਨੇ ਬੜਾ ਜ਼ੋਰ ਲਾਇਆ ਰਿੱਧੀਆਂ ਸਿੱਧੀਆਂ ਦੇ ਬਲ ਨਾਲ ਵੀ ਅਸੀਂ ਲੱਭਣਾ ਨਹੀਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ। ਤੇ ਮਹਾਰਾਜ ਸਾਹਿਬ ਜੀ ਨੇ ਅਣਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਜਿੰਨੇ ਸਿੱਧ ਉਹਨੇ ਹੀ ਰੂਪ ਆਪਣੇ ਧਾਰਨ ਕੀਤੇ ਤੇ ਕੱਲੇ ਕੱਲੇ ਨੂੰ ਫੜ ਕੇ ਲੈ ਆਂਦਾ, ਇੱਕ ਥਾਂ ਤੇ ਇਕੱਠੇ ਕਰ ਲਿਆ। ਫਿਰ ਨੀਵੇਂ ਜੇ ਇਤਿਹਾਸ ਵਿੱਚ ਲਿਖਿਆ, ਕਿਸੇ ਨੂੰ ਧੌਣ ਤੋਂ ਫੜਿਆ, ਕਿਸੇ ਨੂੰ ਕੰਨ ਤੋਂ ਫੜਿਆ, ਇਕੱਠੇ ਕਰਤੇ ਸਾਰੇ। ਜਿਨ੍ਹਾਂ ਨੂੰ ਜ਼ਿਆਦਾ ਹੰਕਾਰ ਸੀ ਉਹਨਾਂ ਨੂੰ ਇਸ ਤਰ੍ਹਾਂ ਫੜਿਆ ਮਹਾਰਾਜ, ਜਿਹੜੇ ਨਿਮਰਤਾ ਵਾਲੇ ਸੀ ਉਹਨਾਂ ਨੂੰ ਸਤਿਕਾਰ ਨਾਲ ਫੜ ਕੇ ਲਿਆਂਦਾ। ਤੇ ਫੇਰ ਕਹਿਣ ਲੱਗੇ ਹੁਣ ਮਹਾਰਾਜ ਤੁਸੀਂ ਲੁਕੋ ਤੇ ਅਸੀਂ ਲੱਭਦੇ ਹਾਂ। ਮਹਾਰਾਜ ਕਹਿੰਦੇ ਅਸੀਂ ਲੁਕ ਤਾਂ ਜਾਂਦੇ, ਪਰ ਜੇ ਨਾ ਅਸੀਂ ਲੱਭੇ ਨਾ ਫਿਰ ਟਕਾ ਰੱਖ ਕੇ ਆ ਭਾਈ ਬਾਲਾ ਜੀ ਤੋਂ ਅਰਦਾਸ ਕਰਾਇਓ, ਫਿਰ ਅਸੀਂ ਪ੍ਰਗਟ ਹੋ ਜਾਵਾਂਗੇ। ਫਿਰ ਮਹਾਰਾਜ ਸਾਹਿਬ ਜੀ ਜਦੋਂ ਲੁਕੇ, ਮਹਾਰਾਜ ਨੇ ਤੱਤਾਂ 'ਚ ਤੱਤ ਮੇਲ ਦਿੱਤੇ, ਸਰਬ ਵਿਆਪਕ ਜੋਤ ਵਿੱਚ ਆਪਣੀ ਜੋਤ ਲੀਨ ਕਰ ਲਈ। 84 ਸਿੱਧ ਸਾਰਾ ਦਿਨ ਲੱਭ ਲੱਭ ਕੇ ਹਾਰ ਅੰਬ ਗਏ, ਮਹਾਰਾਜ ਲੱਭੇ ਹੀ ਨਹੀਂ ਉਹਨਾਂ। ਫਿਰ ਉੱਥੇ ਆ ਕਰਕੇ ਟਕਾ ਰੱਖ ਕੇ ਸਾਰਿਆਂ ਨੇ ਸਿਰ ਨੀਵੇਂ ਕੀਤੇ, ਹੱਥ ਜੋੜੇ, ਅਰਦਾਸ ਬੇਨਤੀ ਕੀਤੀ, ਮਹਾਰਾਜ ਪ੍ਰਗਟ ਹੋ। ਤੇ ਸਤਿਗੁਰੂ ਉਸੇ ਵੇਲੇ ਸਾਹਮਣੇ ਪ੍ਰਗਟ ਹੋ ਕੇ ਦਰਸ਼ਨ ਦੇ ਦਿੱਤੇ। ਉਸ ਵੇਲੇ ਫਿਰ ਉਹਨਾਂ ਨੇ ਆਖਿਆ ਮਹਾਰਾਜ ਵੀ ਤੂੰ ਆਪੇ ਗੁਪਤਾ ਆਪੇ ਪ੍ਰਗਟ। ਮਹਾਰਾਜ ਸਤਿਗੁਰੂ ਦੱਸ ਰਹੇ ਵੀ ਬਾਬਾ ਲੈਣਾ ਜੀ, ਬਾਬਾ ਬੁੱਢਾ ਸਾਹਿਬ ਜੀ ਫਿਰ ਸਿੱਧਾ ਨੇ ਸਾਨੂੰ ਆਖਿਆ ਵੀ ਤੂੰ ਆਪ ਹੀ ਗੁਪਤ ਰੂਪ ਹੈ ਤੇ ਆਪ ਹੀ ਪ੍ਰਗਟ ਰੂਪ ਹੈ, ਆਪੇ ਸਭ ਰੰਗ ਮਾਣੈ। ਤੇ ਆ ਸਾਰੇ ਰੰਗ ਵੀ ਤੁਸੀਂ ਆਪ ਹੀ, ਪ੍ਰੇਮ ਦੇ ਰੰਗ ਵੀ ਆਪ ਹੀ ਮੰਨਣ ਵਾਲੇ ਹੋ। ਸਾਧਕ ਸਿੱਧ ਗੁਰੂ ਕਉ ਚੇਲੇ। ਮਹਾਰਾਜ ਅਸੀਂ ਜਿੰਨੇ ਵੀ ਸਾਧਨਾ ਕਰਨ ਵਾਲੇ ਆ ਜਾਂ ਸਿੱਧੀਆਂ ਵਿੱਚ ਪੁੱਗੇ ਹੋਏ ਸਿੱਧਵਾਂ, ਜਾਂ ਸਾਡੇ ਗੁਰੂ ਇਹ ਗੋਰਖਨਾਥ ਤੇ ਮਛੰਦਰਨਾਥ ਹਨ, ਜਾਂ ਬਹੁਤ ਇਹਨਾਂ ਦੇ ਚੇਲੇ ਹਨ, ਅਸੀਂ ਮਾਰੇ ਖੋਜਦੇ ਫਿਰਦੇ ਆ। ਆਪ ਜੀ ਦਾ ਫਰਮਾਨ ਅਸੀਂ ਮੰਨਣ ਵਾਲੇ ਹਾਂ। ਮਹਾਰਾਜ ਅਸੀਂ ਹੁਣ ਤੁਹਾਡੇ ਅੱਗੇ ਨਾ ਹੱਥ ਜੋੜ ਕਰਕੇ ਤੇ ਅਸੀਂ ਤੁਹਾਡੇ ਭਿਖਾਰੀ ਬਣ ਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਦਰ ਤੋਂ ਨਾਮ ਦੀ ਭਿਖਿਆ ਮੰਗਦੇ। ਜਿਸ ਨਾਮ ਦੇ ਨਾਲ ਤੁਸੀਂ ਇੰਨੇ ਮਹਾਨ ਹੋ, ਆਪ ਜੀ ਦੀ ਏਡੀ ਵੱਡੀ ਮਹਿਮਾ ਹੈ, ਮਹਾਰਾਜ ਉਹ ਨਾਮ ਸਾਡੇ ਹਿਰਦੇ ਵੀ ਵਸਾ ਦਿਓ। ਅਸੀਂ ਆਪ ਜੀ ਦੇ ਦਰ ਤੇ ਸਾਰੇ ਸਿੱਧ ਅਸੀਂ ਭਿਖਿਆ ਮੰਗਦੇ ਹਾਂ। ਤੇਰੇ ਦਰਸ਼ਨ ਕੋ ਕੁਰਬਾਨ। ਤੇ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇਰਾ ਦਰਸ਼ਨ ਹੀ ਬੜਾ ਸੋਹਣਾ ਹੈ, ਤੇਰੇ ਦਰਸ਼ਨ ਤੋਂ ਵੀ ਅਸੀਂ ਕੁਰਬਾਨ ਜਾਂਦੇ ਹਾਂ, ਅਸੀਂ ਸਦਕੇ ਜਾਂਦੇ ਹਾਂ। ਸਾਡਾ ਤੇ ਦਰਸ਼ਨ ਵੀ ਹੋਰ ਹਿਸਾਬ ਦਾ ਹੀ ਹੈ ਕਿ ਅਸੀਂ ਤਾਂ ਕਈਆਂ ਨੇ ਮਹਾਰਾਜ ਸਿਰ ਮੂੰਹ ਬਣਾਇਆ ਹੋਇਆ, ਤੇ ਕਈਆਂ ਨੇ ਜੜਾਵਾਂ ਰੱਖੀਆਂ ਹੋਈਆਂ, ਕਈਆਂ ਨੇ ਮੁੰਦਰਾ ਸਾਰਿਆਂ ਨੇ ਪਾਈਆਂ ਹੋਈਆਂ, ਕਈਆਂ ਨੇ ਸਿਰ ਦੇ ਕੇਸ ਕਟਾਏ ਹੋਏ ਸੀ ਸਿੱਧਾਂ ਨੇ, ਥੱਲੇ ਦਾੜੀ ਮੁੱਛਾਂ ਰੱਖੀਆਂ ਹੋਈਆਂ, ਤੇ ਕਈਆਂ ਨੇ ਇਹ ਕਟਾਈਆਂ ਹੋਈਆਂ ਤੇ ਉੱਤੋਂ ਜੜਾਵਾਂ ਰੱਖੀਆਂ ਹੋਈਆਂ। ਮਹਾਰਾਜ ਸਾਡਾ ਤੇ ਦਰਸ਼ਨ ਵੀ ਹੋਰ ਤਰ੍ਹਾਂ ਦਾ ਹੈ, ਪਰ ਤੇਰਾ ਦਰਸ਼ਨ ਸਾਫ਼ਤ ਸੂਰਤ ਹੈ, ਸੋਹਣੀ ਦਸਤਾਰ ਹੈ, ਸੋਹਣਾ ਸਾਫ਼ਤ ਸੂਰਤ ਮਹਾਰਾਜ ਆਪ ਜੀ ਦਾ ਮੁਖੜਾ ਹੈ। ਤੇਰੇ ਦਰਸ਼ਨ ਤੋਂ ਵੀ ਅਸੀਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ। ਅਬਿਨਾਸੀ ਪ੍ਰਭ ਖੇਲ ਰਚਾਇਆ। ਮਹਾਰਾਜ ਸਾਡੀ ਦ੍ਰਿਸ਼ਟੀ ਵਿੱਚ ਤਾਂ ਤੁਸੀਂ ਅਬਿਨਾਸੀ ਪ੍ਰਭੂ ਹੋ, ਤੇ ਅਬਿਨਾਸੀ ਪ੍ਰਭੂ ਆਪ ਜੀ ਨੇ ਇਹ ਖੇਲ ਸਾਰਾ ਰਚਾਇਆ ਹੋਇਆ ਹੈ। ਗੁਰਮੁਖ ਸੋਝੀ ਹੋਈ। ਮਹਾਰਾਜ ਜਿਹੜੇ ਆਪ ਜੀ ਦੀ ਸ਼ਰਨ ਵਿੱਚ ਪੈ ਕੇ ਗੁਰਮੁਖ ਬਣ ਜਾਂਦੇ, ਉਹਨਾਂ ਨੂੰ ਹੀ ਆਪ ਜੀ ਦੇ ਗਿਆਨ ਦੀ ਸੋਝੀ ਹੁੰਦੀ ਹੈ। ਨਾਨਕ ਸਭ ਜੁਗ ਆਪੇ ਵਰਤੈ। ਮਹਾਰਾਜ ਸਾਡਾ ਤੇ ਇਸ ਤਰ੍ਹਾਂ ਦਾ ਨਿਸ਼ਚਾ ਬਣਿਆ ਹੈ, ਹੁਣ ਤੁਸੀਂ ਸਾਰੇ ਯੁੱਗਾਂ ਵਿੱਚ ਆਪ ਹੀ ਵਰਤ ਰਹੇ। ਸਤਜੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕਉ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ। ਇਹ ਭਾਵੇਂ ਬਚਨ ਬਾਅਦ ਵਿੱਚ ਭੱਟ ਸਾਹਿਬਾਨਾਂ ਨੇ ਉਚਾਰਨ ਕੀਤੇ, ਪਰ ਐਸੀ ਬੇਨਤੀ ਸਿੱਧਾਂ ਨੇ ਕੀਤੀ। ਉਹ ਕਹਿਣ ਲੱਗੇ ਮਹਾਰਾਜ ਸਭ ਜੋਗੇ ਆਪੇ ਵਰਤੈ, ਸਾਰੇ ਯੁੱਗਾਂ ਵਿੱਚ ਸਤਯੁਗ ਤ੍ਰੇਤੇ ਦੁਆਪਰ ਕਲਯੁਗ ਵਿੱਚ ਆਪ ਹੀ ਵਰਤ ਰਹੇ ਹੋ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ। ਆਪ ਜੀ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ। ਮਾਰੇ ਤੁਸੀਂ ਸਭ ਪਾਸੇ ਵਰਤ ਰਹੇ ਹੋ। ਤੋ ਸਿੱਧਾਂ ਦੇ ਨਾਲ ਸਾਧ ਸੰਗਤ ਜੀ ਇਹ ਜਗਤ ਗੁਰੂ ਜੀ ਦੀ ਗੋਸ਼ਟੀ ਹੋਈ, ਸਿੱਧਾਂ ਦੇ ਸਵਾਲਾਂ ਦੇ ਉੱਤਰ ਦਿੱਤੇ। ਇੱਥੇ ਸਿੱਧ ਗੋਸ਼ਟ ਬਾਣੀ ਦੀ ਸੰਪੂਰਨਤਾ ਹੀ ਹੋਈ ਹੈ।
ਅਖੀਰ ਤੇ ਲਿਖਿਆ 73 ਅੰਗ, ਅੱਗੇ ਡੰਡੀਆਂ ਅੱਗੇ ਏਕਾ ਪਾਇਆ। ਇਹਦਾ ਭਾਵ ਹੈ ਵੀ 73 ਪੌੜੀਆਂ ਇਸ ਬਾਣੀ ਦੀਆਂ ਤੇ ਇੱਕੋ ਹੀ ਬਾਣੀ ਹੈ ਇਹ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ 946 ਅੰਗ ਤੇ ਇਹ ਸਿੱਧ ਗੋਸ਼ਟ ਬਾਣੀ ਦੀ ਸੰਪੂਰਨਤਾ ਹੋਈ ਹੈ। ਅੱਗੇ ਸਾਧ ਸੰਗਤ ਜੀ ਰਾਮਕਲੀ ਦੀ ਵਾਰ ਆਰੰਭ ਹੋਵੇਗੀ। ਰਾਮਕਲੀ ਦੀਆਂ ਜੋ 3 ਵਾਰਾਂ ਹਨ ਤੇ ਪਹਿਲੀ ਵਾਰ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੀ ਵਾਰ ਇਹ ਰਾਮਕਲੀ ਦੀ ਆਰੰਭ ਹੋਵੇਗੀ 947 ਅੰਗ ਤੋਂ। ਔਰ ਕੱਲ ਨੂੰ ਸੋ ਅਮਾਵਸ ਦਾ ਵੀ ਦਿਹਾੜਾ ਹੈ, ਮੱਸਿਆ ਦਾ ਦਿਹਾੜਾ। ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਰ ਮੱਸਿਆ ਤੇ ਮਹਾਂਪੁਰਖ ਹਾਜ਼ਰੀ ਭਰਦੇ ਹਨ। ਗੁਰਸਿੱਖ ਸੰਗਤਾਂ ਨੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਨਾਲੇ ਹਰ ਮੱਸਿਆ ਤੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੁੰਦਾ ਹੈ, ਹਰ ਪੂਰਨਮਾਸ਼ੀ ਤੇ ਔਰ ਹਰ ਮੱਸਿਆ ਤੇ। ਜਿਨ੍ਹਾਂ ਪ੍ਰਾਣੀਆਂ ਨੇ ਭਾਈ ਗੁਰੂ ਕਾ ਅੰਮ੍ਰਿਤ ਛਕਣਾ ਹੈ ਉਹ ਸਮੇਂ ਸਿਰ ਗੁਰੂ ਦਰਬਾਰ ਵਿੱਚ ਪਹੁੰਚ ਕੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਅਬਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੇ ਹੋਏ, ਨਾਨਕ ਸਭ ਜੋਗੇ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।